ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਧਨਾਸਰੀ ਮਹੱਲਾ ਪੰਜਵਾ। जिस कौ बिसरै प्राणपत दाता सोई गन्हो अपागा। चरण कमल जाका मन राग्यो अमै सरोवर पागा। जिस को बिसरै प्राणपत दाता सोई गन्हो अपागा। चरण कमल जाका मन राग्यो अमै सरोवर पागा। तेरा जन राम नाम रंग जागा आलस शीज गया सब तन ते प्रीतम स्यो मन लागा। रहाऊ जह जह पेखो तह नारायण सगल कटा महतागा। नाम उदक पीवत जन नानक त्यागे सब अनुरागा। जह जह पेखो तह नारायण सगल कटा महतागा। नाम उदक पीवत जन नानक त्यागे सब अनुरागा। वाहिगुरु जी का खालसा वाहिगुरु जी की फतेह। गरीब निवास अंतरजामी सच्चे पातशाह जी दी साजी नवाजी गुरु स्वरूप गुरु खालसा साध संगत जीओ। आप जी समुचे ही गुरमुख प्यारे माई भाई संगती रूप दे विच दूरों नेड़ियों चल करके श्री गुरु रामदास साहिब महाराज जी दे पावन पवित्र अस्थान सचखंड श्री हरमंदर साहिब जी दे दर्शन दीदार करन वास्ते अमृत सरोवर दे विच इशनान करन दे लई बड़ी शरधा भावना आदव सत्कार दे संयोग ते एकत्र होए हो। अमृत वेले सचखंड श्री हरमंदर साहिब जी विखे चवर छतर तख्त दे मालिक श्री गुरु ग्रंथ साहिब महाराज साहिब जी ने प्रकाशवान हो करके सुंदर दर्शन दीदार सानू बख्शे हन। उथे नाल ही समुची कायनात समूची मानवता नू सांझा उपदेश श्री मुखवाक हुक्मनामा साहिब जी दे राही बख्शिश कीता है। सचखंड श्री हरमंदर साहिब जी तो आए श्री मुखवाक जी की कथा विचार
ਆਪਾਂ तमाम ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਦੇ ਹਾਂ। ਗੁਰਬਾਣੀ ਜੀ ਦੀ ਕਥਾ ਦੀ ਆਰੰਭਤਾ ਤੋਂ ਪਹਿਲਾਂ ਅੱਜ ਜੋ ਸਾਵਣ ਦੇ ਮਹੀਨੇ ਦੀ ਸੰਕਰਾਂਤ ਦਾ ਵੀ ਸ਼ੁਭ ਦਿਹਾੜਾ ਹੈ, ਸਾਵਣ ਦੇ ਮਹੀਨੇ ਦੀ ਜਿਸ ਵੇਲੇ ਸੰਕਰਾਂਤ ਆਉਂਦੀ ਹੈ ਉਸੇ ਵੇਲੇ ਸਾਡਾ ਸਾਰੇ ਗੁਰਸਿੱਖਾਂ ਦਾ ਧਿਆਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਵੱਲ ਚਲਿਆ ਜਾਂਦਾ ਹੈ, ਕਿਉਂਕਿ ਇੱਕ ਸਾਵਣ ਦੇ ਦਿਨ ਸੰਕਰਾਂਤ ਦੇ ਦਿਹਾੜੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਲਾਹੌਰ ਦੀ ਧਰਤੀ ਤੇ ਹੋਈ ਸੀ। ਜਦੋਂ ਭਾਈ ਤਾਰੂ ਸਿੰਘ ਜੀ ਦਾ ਜੀਵਨ ਅਸੀਂ ਵੇਖਦੇ ਹਾਂ, ਆਪ ਜੀ ਦਾ ਜਨਮ ਪੂਲੇ ਨਗਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਉਸ ਪਰਿਵਾਰ ਗੁਰਮੁਖ ਗੁਰਸਿੱਖ ਪਰਿਵਾਰ ਦੇ ਅੰਦਰ ਪ੍ਰਗਟ ਹੋਇਆ, ਜਿਹੜੇ ਮਾਤਾ ਪਿਤਾ ਦੋਵੇਂ ਨਿਤਨੇਮੀ ਸਨ। ਦੋਵਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਹੋਇਆ ਸੀ। ਜਦੋਂ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ ਤੇ ਮਾਤਾ ਨੇ ਗੁਰਬਾਣੀ ਦੀਆਂ ਲੋਰੀਆਂ ਦਿੱਤੀਆਂ। ਅੰਮ੍ਰਿਤ ਤਿਆਰ ਕਰਕੇ ਜਪਜੀ ਸਾਹਿਬ ਦੇ ਪਾਠ ਕਰਕੇ ਸ੍ਰੀ ਸਾਹਿਬ ਦੀ ਨੋਕ ਨਾਲ 5 ਬੂੰਦਾਂ ਇਸ ਬਾਲਕ ਦੇ ਮੁਖ ਵਿੱਚ ਪਾਈਆਂ, ਕੰਨਾਂ ਵਿੱਚ ਮੂਲ ਮੰਤਰ ਗੁਰ ਮੰਤਰ ਸੁਣਾਇਆ। ਬੇਅੰਤ ਗੁਰਬਾਣੀ ਦੇ ਪਾਠ ਇਸ ਬਾਲਕ ਨੂੰ ਗੋਦ ਵਿੱਚ ਲੈ ਕਰਕੇ ਮਾਤਾ ਪਿਤਾ ਸੁਣਾਉਂਦੇ ਰਹੇ, ਕਿਉਂਕਿ ਸੰਸਕਾਰ ਜਿਹੜੇ ਦੇਣੇ ਇਹ ਮਾਂ ਬਾਪ ਦੀ ਦੇਣ ਹੋਇਆ ਕਰਦੀ। ਮਾਤਾ ਚਾਹੇ ਪੁੱਤਰ ਨੂੰ ਸੰਤ ਬਣਾ ਕੇ ਰੱਖ ਦੇਵੇ, ਮਾਤਾ ਚਾਹੇ ਤੇ ਪੁੱਤਰ ਨੂੰ ਡਾਕੂ ਚੋਰ ਧਾੜ ਵੀ ਸਿੱਖਿਆ ਦੇ ਕੇ ਬਣਾ ਦੇਵੇ। ਇਸ ਲਈ ਮਾਤਾ ਪਿਤਾ ਦੋਹਾਂ ਨੇ ਇਸ ਬਾਲਕ ਦੀ ਪਾਲਣਾ ਪੋਸ਼ਣਾ ਕੀਤੀ। ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕਰਕੇ ਬਾਲਕਪੁਣਾ ਜਿਹੜਾ ਸੀ ਇਹਨਾਂ ਦਾ ਗੁਜ਼ਰਿਆ। ਘਰ ਦੇ ਵਿੱਚ ਭਾਈ ਸਾਹਿਬ ਜੀ ਤੋਂ ਛੋਟੇ ਭੈਣ ਸਨ। ਬਾਲਕ ਅਵਸਥਾ ਦੇ ਵਿੱਚ ਹੀ ਆਪ ਜੀ ਦੇ ਪਿਤਾ ਸੰਸਾਰ ਤੋਂ ਕੂਚ ਕਰ ਗਏ। ਮਾਤਾ ਜੀ ਨੇ ਦੋਹਾਂ ਬੱਚਿਆਂ ਦੀ ਭਾਈ ਤਾਰੂ ਸਿੰਘ ਜੀ ਅਤੇ ਉਹਨਾਂ ਦੀ ਭੈਣ ਜੀ ਦੋਹਾਂ ਦੀ ਪਾਲਣਾ ਕੀਤੀ। ਜਿਸ ਵੇਲੇ ਆਪ ਜੀ ਦੀ ਜਿਹੜੀ ਅਵਸਥਾ ਹੈ 25 ਸਾਲ ਦੇ ਤੱਕ ਜਾਂਦੀ ਹੈ, ਸੰਸਕਾਰ ਤੇ ਮਾਤਾ ਪਿਤਾ ਨੇ ਜਨਮ ਤੋਂ ਹੀ ਦੇ ਦਿੱਤੇ ਸੀ। ਗੁੜਤੀ ਗੁਰਸਿੱਖੀ ਅੰਮ੍ਰਿਤ ਦੀ ਦਿੱਤੀ ਹੋਈ ਸੀ। ਰਗਾਂ ਦੇ ਰਾਹੀਂ ਬਾਲਕ ਅਵਸਥਾ ਵਿੱਚ ਹੀ ਜਨਮ ਸਮੇਂ ਅੰਮ੍ਰਿਤ ਅੰਦਰ ਚਲਿਆ ਗਿਆ ਸੀ। ਫਿਰ 5 ਪਿਆਰਿਆਂ ਦੇ ਪਾਸੋਂ ਮਾਤਾ ਜੀ ਨੇ ਜਿਸ ਵੇਲੇ ਭਾਈ ਸਾਹਿਬ ਜੀ ਸੁਰਤ ਸਾਂਭਣ ਦੇ ਯੋਗ ਹੋਏ, ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਵਾਇਆ। ਨਿਤਨੇਮੀ ਬਣੇ, ਰਹਿਤ ਬਹਿਤ ਦੇ ਵਿੱਚ ਪਰਪੱਕ ਹੋਏ। ਉਸ ਵੇਲੇ ਸਾਧ ਸੰਗਤ ਜੀ ਜਿਹੜੇ ਗੁਰਮੁਖ ਪਿਆਰੇ ਗੁਰਸਿੱਖ ਦੇਸ਼ ਦੀ ਆਜ਼ਾਦੀ ਵਾਸਤੇ, ਗੁਲਾਮੀ ਦੀਆਂ ਜੰਜੀਰਾਂ ਕੱਟਣ ਦੇ ਵਾਸਤੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਗੁਜ਼ਾਰਦੇ, ਜੰਗਲਾਂ ਦੇ ਵਿੱਚ ਦਿਨ ਤੇ ਰਾਤ ਕੱਟਦੇ ਸਨ, ਉਹਨਾਂ ਦੀ ਭਿਣਕ ਭਾਈ ਤਾਰੂ ਸਿੰਘ ਜੀ ਨੂੰ ਪਈ ਹੈ। ਮਾਤਾ ਜੀ ਦੇ ਕੋਲ ਆ ਕੇ ਭਾਈ ਸਾਹਿਬ ਜੀ ਕਹਿਣ ਲੱਗੇ, ਮਾਂ, ਆਪਣੇ ਨੇੜੇ ਜੰਗਲ ਵਿੱਚ ਝਿੜੀਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਡਲੇ ਗੁਰਸਿੱਖ ਕਮਾਈਆਂ ਵਾਲੇ ਵੱਸਦੇ ਨੇ। ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਗੁਜ਼ਾਰਦੇ, ਸੌਣ ਵਾਸਤੇ ਚੰਗੇ ਮਕਾਨ, ਕੋਈ ਮਹੱਲ ਨਹੀਂ ਉਹਨਾਂ ਦੇ ਕੋਲ। ਖਾਣ ਵਾਸਤੇ ਆਪਣੇ ਵਾਂਗ 36 ਪ੍ਰਕਾਰ ਦੇ ਭੋਜਨ ਪਦਾਰਥ ਨਹੀਂ ਮਿਲਦੇ। ਪਹਿਨਣ ਵਾਸਤੇ ਗਰਮ ਤੇ ਠੰਡੇ, ਗਰਮੀ ਸਰਦੀ ਦੇ ਵਸਤਰ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੇ। ਕਿਉਂ ਨਾ ਹੋਵੇ ਆਪਾਂ ਉਹਨਾਂ ਦੀ ਸੇਵਾ ਕਰੀਏ। ਤਾਂ ਉਸ ਵੇਲੇ ਮਾਤਾ ਨੂੰ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਮਾਂ, ਜਿੰਨੇ ਕੋ ਘਰ ਦੇ ਅੰਦਰ ਦਾਣੇ ਨੇ ਇਹਨਾਂ ਨੂੰ ਚੱਕੀ ਨਾਲ ਪੀਸਣਾ ਕਰੋ। ਆਟਾ ਬਣਾ ਕੇ ਪ੍ਰਸ਼ਾਦੇ ਤੁਸੀਂ ਤਵੇ ਦੇ ਉੱਤੇ ਤਿਆਰ ਕਰਿਆ ਕਰੋ। ਘਰ ਦੇ ਵਿੱਚ ਹਾਂਡੀ ਵਿੱਚ ਜਿਹੜੀ ਹੈ ਦਾਲ ਤਿਆਰ ਕਰੋ।
मैं ਅਤੇ ਮੇਰੀ ਭੈਣ ਅਸੀਂ ਦੋਵੇਂ ਸ਼ਾਮ ਰਾਤਰੀ ਦੇ ਵਕਤ ਜਾ ਕੇ ਉਹਨਾਂ ਗੁਰਸਿੱਖਾਂ ਨੂੰ ਭੋਜਨ ਛਕਾਵਾਂਗੇ। ਨਾਲ ਫਿਰ ਘਰ ਦੇ ਵਿੱਚ ਜਿਹੜੇ ਕੋਈ ਵਸਤਰ ਗਰਮੀ ਦੇ ਸਮੇਂ ਠੰਡੇ ਤੇ ਸਰਦੀ ਵਿੱਚ ਕੋਈ ਨਿੱਘੇ ਵਸਤਰ ਹੋਣੇ, ਮਾਂ ਨੂੰ ਕਹਿ ਕੇ ਭਾਈ ਤਾਰੂ ਸਿੰਘ ਜੀ ਨੇ ਲੈ ਜਾਣੇ, ਉਹਨਾਂ ਗੁਰਸਿੱਖਾਂ ਨੂੰ ਜਾ ਕਰਕੇ ਭੇਟਾ ਕਰ ਦੇਣੇ, ਵਸਤਰ ਪਹਿਨਾਉਣੇ, ਪ੍ਰਸ਼ਾਦਾ ਪਾਣੀ ਛਕਾਉਣਾ ਤੇ ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ। ਜਿਹੜੇ ਘਰ-ਬਾਰ ਛੱਡ ਕਰਕੇ ਜੰਗਲਾਂ ਵਿੱਚ ਬੈਠੇ ਤਪ ਕਰ ਰਹੇ ਸਨ, ਉਹ ਪੂਰਨ ਗੁਰਸਿੱਖ ਸੀ, ਕਮਾਈ ਵਾਲੇ ਅਭਿਆਸੀ ਗੁਰਮੁਖ ਸਨ। ਉਹਨਾਂ ਦੀ ਜ਼ੁਬਾਨ ਤੋਂ ਅਸੀਸਾਂ ਨਿਕਲਦੀਆਂ ਸੀ, ਭਾਈ ਤਾਰੂ ਸਿੰਘਾ ਤੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਹੋਵੇ, ਤੇਰੀ ਜਿਹੜੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭ ਜਾਵੇ। ਇਹ ਅਸੀਸਾਂ ਸੀ ਗੁਰਮੁਖਾਂ ਦੀਆਂ। ਤਾਂ ਉਸ ਵੇਲੇ ਸਾਧ ਸੰਗਤ ਜੀ ਜਦੋਂ ਜ਼ਕਰੀਆ ਖਾਨ ਨੂੰ ਇਹ ਭਿਣਕਾਂ ਪੈਂਦੀਆਂ ਨੇ ਤੇ ਹਰ ਭਗਤ ਨਿਰੰਜਨੀਆ ਜਿਹੜਾ ਸੀ ਇਹ ਉਸ ਵੇਲੇ ਜਾਸੂਸੀਆ ਬਣਿਆ ਹੋਇਆ ਸੀ। ਸਿੰਘਾਂ ਨੂੰ ਭੇਤ ਦੇ ਕਰਕੇ ਪਕੜਾਉਣਾ, ਗ੍ਰਿਫਤਾਰੀਆਂ ਕਰਵਾ ਕੇ ਸ਼ਹੀਦ ਕਰਵਾ ਦੇਣਾ, ਜ਼ਕਰੀਆ ਖਾਨ ਵਰਗਿਆਂ ਤੋਂ ਚੰਗਾ ਇਨਾਮ ਪ੍ਰਾਪਤ ਕਰਨਾ। ਇਹ ਹਰ ਭਗਤ ਨਿਰੰਜਨੀਆ ਲਾਹੌਰ ਗਿਆ। ਜਦੋਂ ਲਾਹੌਰ ਗਿਆ ਤੇ ਜ਼ਕਰੀਆ ਖਾਨ ਨੇ ਗੱਲ ਚਲਾਈ, ਕਹਿੰਦਾ ਜਿਹੜੇ ਗੁਰਸਿੱਖ ਘਰ-ਬਾਰ ਛੱਡ ਕਰਕੇ ਜੰਗਲਾਂ ਵਿੱਚ ਬੈਠੇ ਸਨ ਮੈਂ ਸਾਰੇ ਮਾਰ ਮੁਕਾ ਦਿੱਤੇ ਨੇ, ਉਹਨਾਂ ਦੇ ਘਰ-ਬਾਰ ਵੀ ਜ਼ਬਤ ਕਰ ਲਏ, ਜ਼ਮੀਨਾਂ ਖੋਹ ਲਈਆਂ, ਖਾਣ ਵਾਸਤੇ ਉਹਨਾਂ ਨੂੰ ਕੁਝ ਮਿਲੇਗਾ ਨਹੀਂ ਤੇ ਪਹਿਨਣ ਵਾਸਤੇ ਕੋਈ ਵਸਤਰ ਨਹੀਂ ਮਿਲੇਗਾ। ਆਪੇ ਸਿੱਖ ਜਿਹੜੇ ਰਹਿੰਦੇ ਖੂੰਦੇ ਨੇ ਖਤਮ ਹੋ ਜਾਣਗੇ। ਇਹ ਸੁਣ ਕਰਕੇ ਇਹ ਜਿਹੜਾ ਹਰ ਭਗਤ ਨਿਰੰਜਨੀਆ ਸੀ ਕਹਿਣ ਲੱਗਿਆ, ਜ਼ਕਰੀਆ ਖਾਨ ਜੀ ਇਸ ਤਰ੍ਹਾਂ ਗੁਰੂ ਦੇ ਸਿੱਖ ਖਤਮ ਹੋਣ ਵਾਲੇ ਨਹੀਂ ਹਨ। ਜੇ ਉਹ ਜੰਗਲਾਂ ਵਿੱਚ ਬੈਠੇ ਉਹਨਾਂ ਦੇ ਘਰ ਸਰਕਾਰ ਨੇ ਖੋਹ ਲਏ ਨੇ, ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਲਏ ਨੇ, ਭੁੱਖਣ ਭਾਣੇ ਨਾ ਜਾਣੋ। ਜਿਹੜੇ ਗ੍ਰਸਤੀ ਕੋਈ ਗੁਰਸਿੱਖ ਘਰਾਂ ਵਿੱਚ ਬੈਠੇ ਉਹ ਲੰਗਰ ਤਿਆਰ ਕਰਕੇ ਉਹਨਾਂ ਨੂੰ ਛਕਾਉਂਦੇ ਨੇ। ਉਹਨਾਂ ਨੂੰ ਵਸਤਰਾਂ ਤੋਂ ਬਿਨਾਂ ਨਾ ਜਾਣੋ। ਜਿਹੜੇ ਕਿਰਤੀ ਗੁਰਸਿੱਖ ਨੇ, ਕਮਾਈ ਵਾਲੇ ਗ੍ਰਸਤੀ ਘਰਾਂ ਵਿੱਚੋਂ ਵਸਤਰ ਜਾ ਕੇ ਉਹਨਾਂ ਦੀ ਸੇਵਾ ਕਰਦੇ ਨੇ। ਇਹ ਸੁਣ ਕਰਕੇ ਜ਼ਕਰੀਆ ਖਾਨ ਦੀਆਂ ਅੱਖਾਂ ਖੁੱਲੀਆਂ। ਪੁੱਛਣ ਲੱਗਿਆ, ਦੱਸੋ ਕੌਣ ਉਹਨਾਂ ਦੀ ਸੇਵਾ ਕਰਦਾ ਪਿਆ? ਤਾਂ ਫਿਰ ਉੱਥੇ ਹਰ ਭਗਤ ਨਿਰੰਜਨੀਆ ਕਹਿਣ ਲੱਗਿਆ, ਕਹਿੰਦਾ ਤਾਰੂ ਸਿੰਘ ਵਰਗੇ ਆਪਣੀ ਭੈਣ ਦੇ ਸਮੇਤ ਜਾ ਕਰਕੇ ਰਾਤ ਨੂੰ ਉਹਨਾਂ ਭੁੱਖੇ ਸਿੰਘਾਂ ਨੂੰ ਪ੍ਰਸ਼ਾਦਾ ਵੀ ਛਕਾਉਂਦੇ ਨੇ ਤੇ ਉਹਨਾਂ ਨੂੰ ਵਸਤਰ ਵੀ ਦਿੰਦੇ, ਦਾਲਾਂ ਸਬਜ਼ੀਆਂ ਤਿਆਰ ਕਰਕੇ ਦਿੰਦੇ, ਉਹਨਾਂ ਦੀ ਸੇਵਾ ਕਰਦੇ ਨੇ। ਤਾਂ ਉੱਥੋਂ ਸਾਧ ਸੰਗਤ ਜੀ ਫਿਰ ਜਿਹੜੇ ਸੀ ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਦੇ ਵਾਰੰਟ ਲਾਹੌਰ ਤੋਂ ਜਾਰੀ ਹੋ ਗਏ। ਅਹਿਦੀਏ 10-15 ਦੀ ਗਿਣਤੀ ਵਿੱਚ ਇਹ ਪੂਲੇ ਨਗਰ ਵੱਲ ਨੂੰ ਤੁਰੇ ਨੇ। ਜਦੋਂ ਨਗਰ ਵਿੱਚ ਸਿਪਾਹੀ ਲੋਕ ਵਾਰੰਟ ਲੈ ਕਰਕੇ ਆਏ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ, ਘਰ ਦੇ ਅੰਦਰ ਦਾਖਲ ਹੋਏ ਨੇ ਤੇ ਘਰ ਦੇ ਵਿੱਚ ਵੱਡੀਆਂ ਵੱਡੀਆਂ ਜਿਹੜੀਆਂ ਲੋਹਾਂ ਤਪ ਰਹੀਆਂ ਸਨ, ਦੇਗਾਂ ਦੇ ਵਿੱਚ ਜਿਹੜੀਆਂ ਸਾਧ ਸੰਗਤ ਦਾਲਾਂ ਉਬਲ ਰਹੀਆਂ ਸਨ। ਮਾਤਾ ਨੇ ਉਹਨਾਂ ਅਹਿਦੀਆਂ ਨੂੰ ਜੀਓ ਆਇਆ ਕਿਹਾ ਤੇ ਕਹਿਣ ਲੱਗੀ, ਮੇਰੇ ਪੁੱਤਰ ਵਰਗੇ ਹੋ, ਮੇਰੇ ਬੱਚਿਆਂ ਵਰਗੇ ਹੋ, ਦੱਸੋ ਪਹਿਲਾਂ ਜਲ ਪਾਣੀ ਛਕਣਾ ਕਿ ਪ੍ਰਸ਼ਾਦਾ ਛਕਣਾ ਹੈ? ਇਹ ਸੁਣ ਕਰਕੇ ਜਿਹੜੇ ਕ੍ਰੋਧ ਦੇ ਭਰੇ ਹੋਏ ਸੀ ਉਹਨਾਂ ਅੰਦਰ ਕੁਝ ਨਿਮਰਤਾ ਦਿਸਣ ਲੱਗ ਪਈ। ਉਹਨਾਂ ਵਿੱਚੋਂ ਉਹਨਾਂ ਨੇ ਇਸ ਤਰ੍ਹਾਂ ਮਾਂ ਦੇ ਵਿੱਚੋਂ ਆਪਣੀ ਮਾਤਾ ਵਾਲੀ ਮਮਤਾ ਵੇਖੀ। ਕਹਿਣ ਲੱਗੇ, ਮਾਂ ਅਸੀਂ ਤੇ ਤੇਰੇ ਪੁੱਤਰ ਤਾਰੂ ਸਿੰਘ ਤੇ ਤੇਰੀ ਪੁੱਤਰੀ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਹਾਂ। ਮਾਤਾ ਜੀ ਨੇ ਪੁੱਛਿਆ, ਪੁੱਤਰ ਦਾ ਕੀ ਕਸੂਰ ਹੈ? ਕਹਿਣ ਲੱਗੇ, ਉਹ ਬਾਗੀ ਸਿੰਘਾਂ ਨੂੰ ਜੰਗਲਾਂ ਵਿੱਚ ਜਾ ਕਰਕੇ, ਝਿੜੀਆਂ ਵਿੱਚ ਜਾ ਕਰਕੇ ਪ੍ਰਸ਼ਾਦਾ ਪਾਣੀ ਛਕਾਉਂਦਾ, ਉਹਨਾਂ ਦੀ ਸੇਵਾ ਕਰਦਾ, ਵਸਤਰ ਲਿਜਾ ਕੇ ਉਹਨਾਂ ਨੂੰ ਭੇਟਾ ਕਰਦਾ ਹੈ, ਉਹਨਾਂ ਦੀ ਸੇਵਾ ਕਰਦਾ, ਇਹ ਉਹਦਾ ਕਸੂਰ ਹੈ। ਅਸੀਂ ਤੇ ਹੁਕਮ ਮੰਨਣਾ ਜ਼ਕਰੀਏ ਖਾਨ ਦਾ। ਇੰਨੇ ਸਮੇਂ ਨੂੰ ਭਾਈ ਤਾਰੂ ਸਿੰਘ ਜੀ ਵੀ ਘਰ ਵਿੱਚ ਆ ਗਏ। ਨਗਰ ਦੇ ਲੋਕ ਇਕੱਠੇ ਹੋਏ ਨੇ, ਹਿੰਦੂ ਵੀਰ ਵੀ ਪੁੱਜੇ ਨੇ, ਮੁਸਲਮਾਨ ਵੀ ਆਏ ਨੇ। ਗੁਰਸਿੱਖਾਂ ਨੇ ਆਉਣਾ ਹੀ ਸੀ ਕਿਉਂਕਿ ਉਹ ਸਰਬੱਤ ਦਾ ਭਲਾ ਮੰਗਣ ਵਾਲੇ ਭਾਈ ਤਾਰੂ ਸਿੰਘ ਜੀ ਸਨ।
ਲੰਗਰ ਬਿਨਾਂ ਬਿਤਕਰੇ ਤੋਂ ਚਲਾਉਂਦੇ, ਹਰ ਕਿਸੇ ਦੀ ਸੇਵਾ ਕਰਦੇ ਨੇ ਪਰਮਾਤਮਾ ਦੀ ਜੋਤ ਜੀਵ ਵਿੱਚ ਜਾਣ ਕਰਕੇ। ਉਸ ਵੇਲੇ ਫਿਰ ਨਗਰ ਦੇ ਲੋਕਾਂ ਨੇ ਕਿਹਾ ਕਿ ਕਦਾ ਚਿੱਤ ਵੀ ਭਾਈ ਤਾਰੂ ਸਿੰਘ ਦੀ ਜਿਹੜੀ ਭੈਣ ਇਹ ਇਕੱਲੇ ਦੀ ਨਹੀਂ, ਸਾਡੇ ਸਾਰੇ ਨਗਰ ਇਲਾਕੇ ਦੀ ਭੈਣ ਹੈ, ਇਹਦੀ ਕਦੇ ਗ੍ਰਿਫਤਾਰੀ ਨਹੀਂ ਹੋਣ ਦਿਆਂਗੇ। ਇਹ ਮਾਤਾ ਤਾਰੂ ਸਿੰਘ ਦੀ ਮਾਤਾ ਨਹੀਂ, ਇਹ ਸਾਡੀ ਸਾਰਿਆਂ ਦੀ ਸਤਿਕਾਰਯੋਗ ਮਾਤਾ, ਇਹਨੂੰ ਥਾਣੇ ਵਿੱਚ ਨਹੀਂ ਜਾਣ ਦਿਆਂਗੇ। ਤੇ ਜਦੋਂ ਭਾਈ ਤਾਰੂ ਸਿੰਘ ਜੀ ਦੀ ਗੱਲ ਚੱਲੀ ਤਾਂ ਨਗਰ ਦੇ ਕੁਝ ਲੋਕ ਕਹਿਣ ਲੱਗੇ, ਨਗਰ ਦੇ ਸਾਹਮਣੇ 5-10 ਜਿਹੜੇ ਸਿਪਾਹੀ ਕੀ ਚੀਜ਼ ਨੇ, ਝਟਕਾ ਦਿੰਦੇ, ਇਹਨਾਂ ਨੂੰ ਖਤਮ ਕਰ ਦਿਆਂਗੇ, ਮਾਰ ਮਿਟਾ ਦਿਆਂਗੇ। ਭਾਈ ਸਾਹਿਬ ਜੀ ਕਹਿਣ ਲੱਗੇ, ਨਹੀਂ ਪਿਆਰਿਓ, ਮਨੁੱਖਾ ਜਨਮ ਤਾਂ ਜਿਹੜਾ ਹੈ ਬਾਰ-ਬਾਰ ਇਹ ਮਿਲ ਸਕਦਾ ਹੈ। 7.5 ਅਰਬ ਸਾਲ ਦਾ ਸਮਾਂ ਲੱਗਦਾ 84 ਲੱਖ ਜੂਨਾ ਭੋਗਣ ਨੂੰ, ਉਸ ਤੋਂ ਬਾਅਦ ਸ਼ਾਇਦ ਫਿਰ ਇਹ ਮਨੁੱਖਾ ਜਨਮ ਮਿਲ ਜਾਵੇ। ਮਨੁੱਖਾ ਜਨਮ ਮਿਲ ਸਕਦਾ ਹੈ, ਉਹਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਹੋਰ ਵੱਡੇ ਭਾਗ ਹੁਣ ਸਿੱਖੀ ਮਿਲ ਜਾਂਦੀ, ਪਰੰਤੂ ਜਿਹੜੀ ਸ਼ਹਾਦਤ ਹੋਇਆ ਕਰਦੀ ਇਹ ਕਈ ਸੈਂਕੜੇ ਜਨਮਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਹੁੰਦੀ ਹੈ। ਉਹ ਸਮਾਂ ਜਿਹੜਾ ਹੈ ਤੁਸੀਂ ਇਹਦੇ ਵਿੱਚ ਕੋਈ ਵਿਘਨ ਨਾ ਪਾਓ ਤੇ ਮੈਨੂੰ ਲਾਹੌਰ ਚਲੇ ਜਾਣ ਦਿਓ। ਨਗਰ ਦੇ ਲੋਕਾਂ ਨੇ ਬਹੁਤ ਤਰਲੇ ਮਿੰਨਤਾਂ ਕੀਤੇ, ਭਾਈ ਸਾਹਿਬ ਜੀ ਨੇ ਉਹਨਾਂ ਨੂੰ ਰੋਕਿਆ ਤੇ ਕਹਿਣਾ ਕੀਤਾ, ਜੇ ਮੇਰੇ ਨਾਲ ਦਿਲੋਂ ਤੁਸੀਂ ਪਿਆਰ ਕਰਦੇ ਹੋ, ਅੱਜ ਮਾਂ ਦੇ ਘਰ ਵਿੱਚ ਲੋਹ ਤਪਦੀ ਹੈ, ਤੁਹਾਡੇ ਘਰ ਘਰ ਦੇ ਵਿੱਚ ਲੋਹਾਂ ਤਪਣ ਲੱਗ ਜਾਣ। ਅੱਜ ਮੇਰੀ ਮਾਂ ਪ੍ਰਸ਼ਾਦੇ ਤਵਿਆਂ ਦੇ ਉੱਤੇ ਬਣਾਉਂਦੀ ਹੈ ਤੇ ਵੱਡੀਆਂ ਵੱਡੀਆਂ ਤਵੀਆਂ ਲੋਹਾਂ ਘਰਾਂ ਘਰਾਂ ਵਿੱਚ ਬਲਣ, ਦੇਗਾਂ ਜਿਹੜੀਆਂ ਨੇ ਘਰਾਂ ਘਰਾਂ ਵਿੱਚ ਦਾਲਾਂ ਦੀਆਂ ਉਬਲਦੀਆਂ ਹੋਣ ਤੇ ਸਾਰੇ ਨਗਰ ਤੇ ਇਲਾਕੇ ਵਾਲੇ ਜਾ ਕੇ ਸਿੰਘਾਂ ਦੀ ਰੱਜ ਰੱਜ ਕੇ ਸੇਵਾ ਕਰੋ। ਉਹਨਾਂ ਸਿੰਘਾਂ ਦੀ ਸੇਵਾ ਕਰਨ ਕਰਕੇ ਮੇਰੇ ਨਾਲ ਤੁਹਾਡਾ ਦਿਲੀ ਸਨੇਹ ਜਿਹੜਾ ਜ਼ਾਹਰ ਹੋਵੇਗਾ। ਭਾਈ ਸਾਹਿਬ ਜੀ ਨੂੰ ਉਸ ਵੇਲੇ ਸਾਧ ਸੰਗਤ ਜੀ ਇੱਥੋਂ ਪੂਲੇ ਨਗਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਇਹ ਅਹਿਦੀਏ ਸਿਪਾਹੀ ਲੋਕ ਲਾਹੌਰ ਵੱਲ ਨੂੰ ਲੈ ਤੁਰੇ ਨੇ। ਜ਼ਕਰੀਆ ਖਾਨ ਦੇ ਸਾਹਮਣੇ ਜਦੋਂ ਪੇਸ਼ ਕੀਤਾ ਗਿਆ ਤਾਂ ਉੱਥੇ ਜ਼ਕਰੀਆ ਖਾਨ ਨੇ ਬੜੇ ਗਰੂਰ ਹੰਕਾਰ ਦੇ ਵਿੱਚ ਕਿਹਾ, ਤਾਰੂ ਸਿੰਘਾ, ਤੈਨੂੰ ਨਹੀਂ ਪਤਾ ਜਿਨ੍ਹਾਂ ਦੀ ਤੂੰ ਸੇਵਾ ਕਰਦਾ ਜਾ ਕਰਕੇ ਇਹ ਸਰਕਾਰ ਦੇ ਬਾਗੀ ਲੋਕ ਨੇ। ਭਾਈ ਸਾਹਿਬ ਜੀ ਕਹਿੰਦੇ, ਮੈਨੂੰ ਪਤਾ ਹੈ, ਪਰੰਤੂ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਸਤੇ ਇਹ ਬੈਠੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਅੰਮ੍ਰਿਤਧਾਰੀ ਸਿੰਘ ਨੇ, ਬਾਣੀ ਪੜ੍ਹਨ ਵਾਲੇ, ਅਭਿਆਸ ਕਰਨ ਵਾਲੇ, ਸਿਮਰਨ ਕਰਨ ਵਾਲੀਆਂ ਰੂਹਾਂ ਨੇ, ਉਹਨਾਂ ਦੀ ਸੇਵਾ ਕਰਨਾ ਸਾਡਾ ਪਹਿਲਾ ਫਰਜ਼ ਬਣਦਾ। ਤੇ ਉਸ ਵੇਲੇ ਬੜੇ ਕ੍ਰੋਧ ਦੇ ਵਿੱਚ ਆ ਕਰਕੇ ਇਹਨੇ ਕਿਹਾ ਕਿ ਤੂੰ ਆਪਣੀ ਸਿੱਖੀ ਤਿਆਗ ਦੇ। ਭਾਈ ਸਾਹਿਬ ਜੀ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਇਹ ਸਿੱਖੀ ਬਹੁਤ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੋਇਆ ਕਰਦੀ ਹੈ। ਮੇਰਾ ਸਿਰ ਤਾਂ ਜਾ ਸਕਦਾ, ਪਰੰਤੂ ਇਹ ਸਿੱਖੀ ਨਹੀਂ ਕਦੇ ਜਾਵੇਗੀ। ਕੇਸਾਂ ਦਾ ਮਾਣ ਜਦੋਂ ਭਾਈ ਸਾਹਿਬ ਜੀ ਨੇ ਜਣਾਇਆ ਕਿ ਕੇਸ ਗੁਰੂ ਦੀ ਮੋਹਰ ਹਨ, ਮੋਹਰ ਤੋਂ ਬਿਨਾਂ ਚਾਹੇ ਲੱਖਾਂ ਕਾਗਜ਼ ਚੁੱਕੀ ਫਿਰੋ ਕਿਸੇ ਕੰਮ ਨਹੀਂ ਹਨ। ਸਿੱਖਾਂ ਦੇ ਘਰੇ ਚਾਹੇ ਲੱਖਾਂ ਬੱਚੇ ਜੰਮਦੇ ਨੇ, ਜੇ ਕੇਸ ਗੁਰੂ ਦੀ ਮੋਹਰ ਨਹੀਂ, ਉਹ ਸਿੱਖ ਨਹੀਂ ਹੋ ਸਕਦਾ। ਜਦੋਂ ਕੇਸਾਂ ਦਾ ਮਾਣ ਭਾਈ ਸਾਹਿਬ ਜੀ ਨੇ ਜਣਾਇਆ ਤੇ ਉੱਥੇ ਜ਼ਕਰੀਏ ਦੇ ਕੀ ਬੋਲ ਸੀ, ਕਹਿੰਦਾ, ਤਾਰੂ ਸਿੰਘਾ, ਤੂੰ ਬੜਾ ਮਾਣ ਕੇਸਾਂ ਤੇ ਕਰਦਾ, ਮੈਂ ਆਪਣੀਆਂ ਜੁੱਤੀਆਂ ਮਾਰ ਕੇ ਤੇਰੇ ਕੇਸ ਲਾਹਾਂਗਾ। ਜਦੋਂ ਇਹ ਸ਼ਬਦ ਕੇਸਾਂ ਦੀ ਨਰਾਦਰੀ ਦੇ ਭਾਈ ਸਾਹਿਬ ਜੀ ਨੇ ਸੁਣੇ, ਉਸ ਵੇਲੇ ਕਮਾਈ ਵਾਲੀ ਰੂਹ ਦੇ ਅੰਦਰੋਂ ਬਚਨ ਨਿਕਲੇ ਨੇ, ਜ਼ਕਰੀਆ ਖਾਂ, ਤੂੰ ਮੇਰੇ ਸਿਰ ਵਿੱਚ ਕੀ ਜੁੱਤੀਆਂ ਮਾਰਨੀਆਂ, ਮੇਰੇ ਪੈਰਾਂ ਦੇ ਜਿਹੜੇ ਜੋੜੇ ਜੁੱਤੀਆਂ ਹੋਣਗੀਆਂ, ਇਹ ਮਾਰ ਕੇ ਤੇਰੇ ਸਿਰ ਦੇ ਵਿੱਚ ਮੈਂ ਤੈਨੂੰ ਅੱਗੇ ਲਾ ਕਰਕੇ ਤੋਰਾਂਗਾ। ਇਹ ਭਾਈ ਸਾਹਿਬ ਜੀ ਨੇ ਬਚਨ ਕਹੇ। ਉਸ ਵੇਲੇ ਸਾਧ ਸੰਗਤ ਜਦੋਂ ਵੇਖਿਆ ਕਿ ਕਿਸੇ ਲੋਭ ਲਾਲਚ ਵਿੱਚ ਆਉਣ ਵਾਲਾ ਗੁਰੂ ਦਾ ਸ਼ੇਰ ਨਹੀਂ ਹੈ, ਤਾਂ ਫਿਰ ਉੱਥੇ ਜਿਹੜਾ ਸੀ ਕੇਸਾਂ ਨੂੰ ਕਤਲ ਕਰਨ ਵਾਲਾ ਮਨੁੱਖ ਕੈਂਚੀ ਲੈ ਕਰਕੇ ਮੰਗਾਇਆ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਜਿਸ ਨੇ ਜੀਵਨ ਸਮਰਪਿਤ ਕਰ ਦਿੱਤਾ, ਜਿਹਨੇ ਸਿੱਖੀ ਕਮਾਉਣ ਦੀ ਅਰਦਾਸ ਕਰ ਦਿੱਤੀ, ਉਹਦੀ ਲਾਜ ਫਿਰ ਆਪ ਗੁਰੂ ਕਲਗੀਧਰ ਪਾਤਸ਼ਾਹ ਰੱਖਦੇ ਨੇ। ਜਦੋਂ ਕੈਂਚੀਆਂ ਲੈ ਕਰਕੇ ਨੇੜੇ ਜਾਂਦੇ, ਜੂੜਾ ਪਕੜਦੇ ਨੇ, ਉਹ ਜੂੜੇ ਦੇ ਕੇਸ ਨਹੀਂ ਦਿਸਦੇ, ਲੋਹੇ ਦੀਆਂ ਤਾਰਾਂ ਬਣੀਆਂ ਪਈਆਂ ਨੇ। ਕੈਂਚੀ ਜਦੋਂ ਪਾਉਂਦੇ, ਕੈਂਚੀ ਦੇ ਉੱਤੇ ਦੰਦੇ ਪੈ ਜਾਂਦੇ, ਇੱਕ ਵੀ ਰੋਮ ਨਹੀਂ ਕੱਟਿਆ ਗਿਆ।
बड़ा खिजिया जकरिया खां भी ਇਹ ਕੀ ਕਰਾਮਾਤ ਵਰਤ ਗਈ। ਤਾਂ ਫਿਰ ਇਹਨੇ ਕਿਹਾ ਵੀ ਕਹਿੰਦੇ ਜਲਾਦਾਂ ਨੂੰ ਮੰਗਾਓ, ਨਾਲ ਰੰਬੀ ਤੇ ਹਥੌੜਾ ਲੈ ਕੇ ਆਉਣ। ਜੇ ਕੇਸ ਨਹੀਂ ਉਤਰਦੇ ਤੇ ਮੱਥੇ ਤੋਂ ਲੈ ਕੇ ਗਿੱਚੀ ਤੱਕ ਜਿਹੜੀਆਂ ਰੰਬੀਆਂ ਮਾਰ ਕਰਕੇ ਹਥੌੜਿਆਂ ਦੀਆਂ ਸੱਟਾਂ ਨਾਲ ਇਹਦੀ ਖੋਪੜੀ ਲਾ ਦਿਓ। ਤਾਂ ਸਾਧ ਸੰਗਤ ਵੇਖੋ ਕਿਸ ਤਰ੍ਹਾਂ ਦਾ ਉਹ ਸਮਾਂ ਹੋਵੇਗਾ। ਲਾਹੌਰ ਦੀ ਧਰਤੀ ਦੇ ਉੱਪਰ ਭਾਈ ਸਾਹਿਬ ਜੀ ਚੌਂਕੜੇ ਵਿੱਚ ਬੈਠੇ, ਨਾਲ ਜਪਜੀ ਸਾਹਿਬ ਦਾ ਪਾਠ ਚੱਲਦਾ ਸੀ। ਜਿੰਨੀਆਂ ਕੁਰਬਾਨੀਆਂ ਹੋਈਆਂ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਹੋਈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਾ ਬਲੀਦਾਨ ਦਿੱਤਾ, ਹੋਰ ਕਮਾਈ ਵਾਲੇ ਗੁਰਸਿੱਖਾਂ ਨੇ ਸਰੀਰ ਤਿਆਗੇ। ਅੰਤਲੇ ਸਮੇਂ ਉਹਨਾਂ ਦੇ ਜਪਜੀ ਦੀ ਬਾਣੀ ਜ਼ਰੂਰ ਚੱਲਦੀ ਸੀ। ਤੇ ਉਸ ਵੇਲੇ ਜਦੋਂ ਖੋਪੜ ਲਹਿਣ ਲੱਗਿਆ, ਮੱਥੇ ਦੇ ਉੱਤੇ ਰੰਬੀਆਂ ਰੱਖ ਕੇ ਹਥੌੜੀਆਂ ਦੀਆਂ ਸੱਟਾਂ ਮਾਰ ਕੇ ਮੱਥੇ ਤੋਂ ਖੋਪੜੀ ਉਠਾ ਦਿੱਤੀ। ਫਿਰ ਵੱਖੋ ਵੱਖਰੇ ਦੋਹਾਂ ਪਾਸਿਆਂ ਤੋਂ ਹਥੌੜਿਆਂ ਦੀਆਂ ਸੱਟਾਂ ਨਾਲ ਰੰਬੀਆਂ ਦੇ ਨਾਲ ਗਿੱਚੀ ਤੱਕ ਜਦੋਂ ਖੋਪੜ ਗੁਰੂ ਦੇ ਸਿੱਖ ਦਾ ਵੱਖਰਾ ਕਰ ਦਿੱਤਾ, ਤੇ ਭਾਈ ਤਾਰੂ ਸਿੰਘ ਜੀ ਦੀ ਜ਼ੁਬਾਨ ਦੇ ਵਿੱਚ ਉਸ ਵੇਲੇ ਵੀ ਗੁਰੂ ਨਾਨਕ ਦੀ ਬਾਣੀ ਜਪਜੀ ਸਾਹਿਬ ਚੱਲਦੀ ਸੀ। ਉਸ ਵੇਲੇ ਸ਼ਾਂਤ ਨਹੀਂ ਸਰੀਰ ਹੋਇਆ ਭਾਈ ਸਾਹਿਬ ਜੀ ਦਾ। ਖੋਪੜੀ ਲਾਹ ਦਿੱਤੀ ਤੇ ਸਰੀਰ ਇੱਕ ਨਾਲੇ ਵਿੱਚ ਸੁੱਟ ਦਿੱਤਾ ਗਿਆ ਸੀ। ਉਸ ਵੇਲੇ ਭਾਈ ਸਾਹਿਬ ਜੀ ਦਾ ਸਰੀਰ 22 ਦਿਨ ਜਿਹੜਾ ਉਸ ਤਰ੍ਹਾਂ ਰਿਹਾ। 22 ਦਿਨ ਜਪਜੀ ਸਾਹਿਬ ਦਾ ਪਾਠ ਖੋਪੜ ਤੋਂ ਬਿਨਾਂ ਸਰੀਰ ਦੇ ਵਿੱਚੋਂ ਚੱਲਦਾ ਰਿਹਾ। ਅੱਜ ਦੇ ਦਿਨ ਖੋਪੜ ਨਹੀਂ ਲਿਆ, ਅੱਜ ਦੇ ਦਿਨ ਤਾਂ ਸ਼ਹਾਦਤ ਹੋਈ ਹੈ 22ਵੇਂ ਦਿਨ। ਅੱਜ ਤੋਂ 21 ਦਿਨ ਪਹਿਲਾਂ ਭਾਈ ਸਾਹਿਬ ਜੀ ਦਾ ਖੋਪੜ ਉਤਰ ਚੁੱਕਿਆ ਸੀ। ਤੇ ਜਦੋਂ ਖੋਪੜ ਉਤਰਿਆ, ਉਸੇ ਰਾਤ ਹੀ ਜ਼ਕਰੀਆ ਖਾਂ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਬੜੀ ਚਿੰਤਾ ਲੱਗੀ, ਦਰਦ ਹੁੰਦਾ, ਪੀੜਾ ਹੁੰਦੀ ਪੇਟ ਦੇ ਵਿੱਚ, ਰਾਤ ਨੂੰ ਨੀਂਦ ਨਹੀਂ ਆਉਂਦੀ, ਤੁਰਿਆ ਫਿਰਦਾ ਉੱਠ ਕੇ। ਫਿਰ ਮਨ ਵਿੱਚ ਆਇਆ, ਅੱਜ ਕਮਾਈ ਵਾਲੇ ਗੁਰਸਿੱਖ ਦਾ ਮੈਂ ਕਤਲ ਕਰ ਦਿੱਤਾ। ਉਹਨੇ ਤੇ ਕਤਲ ਸ਼ਬਦ ਹੀ ਵਰਤਣਾ ਸੀ ਸ਼ਹੀਦ ਬਾਰੇ, ਤੇ ਇਸ ਲਈ ਹੋ ਸਕਦਾ ਉਹਦਾ ਕੋਈ ਸਰਾਪ ਮੈਨੂੰ ਲੈ ਕੇ ਬੈਠ ਗਿਆ। ਫਿਰ ਭਾਈ ਸੁਵੇਗ ਸਿੰਘ ਜੀ, ਜਿਨ੍ਹਾਂ ਨੂੰ ਚਰਖੜੀਆਂ ਦੇ ਝੂਟੇ ਦਿੱਤੇ ਗਏ, ਉਹਨਾਂ ਦੇ ਕੋਲ ਜਾ ਕਰਕੇ ਨੇ ਫਰਿਆਦ ਕੀਤੀ ਜ਼ਕਰੀਏ ਨੇ, ਜਾ ਇਹ ਜਿਹੜਾ ਗੁਨਾਹ ਹੋ ਗਿਆ ਹੁਣ ਪੰਥ ਦੇ ਕੋਲੋਂ ਮੈਨੂੰ ਬਖਸ਼ਾ ਦੇ। ਫਿਰ ਭਾਈ ਸੁਵੇਗ ਸਿੰਘ ਜੀ ਨੇ ਜਦੋਂ ਪੰਥ ਨੂੰ ਦੱਸਿਆ ਵੀ ਆਹ ਹਾਲ ਕੀਤੀ ਹੈ ਗੁਰੂ ਦੇ ਸਿੱਖ ਦੀ, ਜ਼ਕਰੀਏ ਨੇ ਖੋਪੜ ਲਾ ਦਿੱਤਾ ਰੰਬੀਆਂ ਦੇ ਨਾਲ, ਤੇ ਨਾਲ ਪਿਸ਼ਾਬ ਦਾ ਬੰਨ ਪੈ ਗਿਆ ਹੈ, ਤੇ ਹੁਣ ਉਹ ਮਿੰਨਤਾਂ ਤਰਲੇ ਕਰਦਾ ਫਿਰਦਾ, ਉਹਦਾ ਇਲਾਜ ਕੀ ਕਰੀਏ। ਨਾਲ ਇਹ ਵੀ ਬਚਨ ਕਹਿ ਦਿੱਤੇ, ਭਾਈ ਤਾਰੂ ਸਿੰਘ ਜੀ ਕਹਿ ਗਏ ਸੀ ਕਿ ਮੈਂ ਆਪਣੀ ਜੁੱਤੀ ਨਾਲ ਤੈਨੂੰ ਅੱਗੇ ਲਾ ਕੇ ਲੈ ਕੇ ਜਾਵਾਂਗਾ। ਤਾਂ ਪੰਥ ਨੇ ਕਹਿ ਦਿੱਤਾ, ਗੁਰੂ ਦਿਆਂ ਸਿੱਖਾਂ ਕਮਾਈ ਵਾਲਿਆਂ ਨੇ ਬਹੁਤਿਆਂ ਨੇ ਤੇ ਸ਼ਬਦ ਕਹੇ ਕਿ ਜ਼ਕਰੀਆ ਖਾਂ ਨੂੰ ਜਲਦੀ ਝਟਕਾ ਦੇਣਾ ਚਾਹੀਦਾ। ਜੇ ਐਸੇ ਕਮਾਈ ਵਾਲੇ ਗੁਰਸਿੱਖ ਨੂੰ ਸ਼ਹੀਦ ਕੀਤਾ, ਉਹ ਸਾਡਾ ਕੀ ਲੱਗਦਾ। ਤੇ ਫਿਰ ਸਿੰਘਾਂ ਨੇ ਕਿਹਾ ਵੀ ਇਸ ਤਰ੍ਹਾਂ ਨਾਲੇ ਤੇ ਭਾਈ ਤਾਰੂ ਸਿੰਘ ਜੀ ਦੇ ਬੋਲ ਸਫਲੇ ਹੋਣਗੇ, ਜਿਹੜੇ ਉਹ ਬਚਨ ਕਰਕੇ ਗਏ। ਭਾਈ ਸਾਹਿਬ ਜੀ ਦਾ ਜੋੜਾ ਲਾ ਕੇ ਜਿੰਨੀ ਜ਼ੋਰ ਦੇ ਨਾਲ ਜ਼ਕਰੀਆ ਖਾਂ ਦੇ ਸਿਰ ਦੇ ਵਿੱਚ ਮਾਰੋਗੇ, ਉਨੀ ਜਲਦੀ ਪਿਸ਼ਾਬ ਦਾ ਬੰਨ ਟੁੱਟਿਆ ਕਰੇਗਾ। ਉਸ ਵੇਲੇ ਫਿਰ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਜੋੜਾ ਲਾ ਕਰਕੇ ਭਾਈ ਸੁਵੇਗ ਸਿੰਘ ਜੀ ਨੇ ਜਾ ਕਰਕੇ ਜ਼ਕਰੀਏ ਦੇ ਸਿਰ ਦੇ ਵਿੱਚ ਮਾਰਨਾ ਸ਼ੁਰੂ ਕੀਤਾ। ਜਿਵੇਂ ਜਿਵੇਂ ਜੋੜੇ ਵੱਜਦੇ ਤੇ ਪਿਸ਼ਾਬ ਆ ਜਾਂਦਾ, ਤੇ ਜਦੋਂ ਜੋੜੇ ਬੰਦ ਹੋ ਜਾਂਦੇ ਵੱਜਣੋਂ, ਤੇ ਉਸੇ ਵੇਲੇ ਫਿਰ ਪਿਸ਼ਾਬ ਦਾ ਬੰਨ ਪੈ ਜਾਂਦਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਜ਼ਕਰੀਆ ਖਾਂ ਨੂੰ ਭਾਈ ਸਾਹਿਬ ਦੇ ਬਚਨਾਂ ਦੇ ਨਾਲ ਨਰਕਾਂ ਵੱਲ ਨੂੰ ਤੋਰ ਕੇ, ਜੋੜਿਆਂ ਦੀ ਮਾਰ ਝੱਲਦਾ ਹੋਇਆ ਇਹ ਜ਼ਕਰੀਆ ਨਰਕਾਂ ਵੱਲ ਨੂੰ ਤੁਰਿਆ। ਤੇ ਭਾਈ ਤਾਰੂ ਸਿੰਘ ਜੀ, ਜਦੋਂ ਭਾਈ ਸੁਵੇਗ ਸਿੰਘ ਜੀ ਨੇ ਜਾ ਕੇ ਆਪ ਜੀ ਦੇ ਦਰਸ਼ਨ ਕੀਤੇ ਸਰੀਰ ਦੇ, ਉਸ ਵੇਲੇ ਵੀ ਜਪਜੀ ਮੂੰਹ ਦੇ ਵਿੱਚੋਂ ਚੱਲ ਰਹੀ ਸੀ। ਫਿਰ ਉਹਨੇ ਕੀ ਕੀਤਾ, ਇੱਥੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਭਾਈ ਸੁਵੇਗ ਸਿੰਘ ਜੀ ਆਏ। ਇਸ ਅੰਮ੍ਰਿਤ ਸਰੋਵਰ ਵਿੱਚੋਂ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਰੋਵਰ ਦਾ ਜਲ ਲੈ ਕੇ ਗਿਆ, ਤੇ ਇਸ ਜਲ ਦੇ ਨਾਲ ਭਾਈ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ ਗਿਆ। ਜਿੰਨਾ ਦਾੜਾ ਵੀ ਲੇਥੂ ਪੇਥੂ ਹੋਇਆ ਸੀ, ਖੂਨ ਨਾਲ ਸਾਰਾ ਸਰੀਰ ਜਿਹੜਾ ਸੀ ਖੂਨ ਜੰਮਿਆ ਪਿਆ ਸੀ, ਗੁਰੂ ਰਾਮਦਾਸ ਪਿਤਾ ਜੀ ਦੇ ਜਲ ਦੇ ਨਾਲ ਜਾ ਕਰਕੇ ਉਹ ਗੁਰੂ ਦੇ ਪਿਆਰੇ ਸ਼ਹੀਦ ਸਿੰਘ ਦਾ ਜਿਹੜਾ ਖੂਨ ਸਾਫ਼ ਕੀਤਾ।
ਇਸ਼ਨਾਨ ਕਰਵਾਇਆ। ਭਾਈ ਤਾਰੂ ਸਿੰਘ ਜੀ ਦੇ ਅੰਦਰੋਂ ਆਵਾਜ਼ ਆਈ ਕਿ ਲੱਕੜਾਂ ਦਾ ਪ੍ਰਬੰਧ ਕੀਤਾ ਜਾਵੇ। ਲੱਕੜਾਂ ਵੀ ਆ ਗਈਆਂ ਤੇ ਉਹ ਅੱਜ ਦਾ ਜਿਹੜਾ ਸ਼ੁਭ ਦਿਹਾੜਾ ਸਾਵਨ ਦੀ ਸੰਕਰਾਂਤ ਦਾ ਆਇਆ ਹੈ ਤੇ ਅੱਜ ਦੇ ਦਿਨ ਜਿਸ ਵੇਲੇ ਫਿਰ ਭਾਈ ਸੁਵੇਗ ਸਿੰਘ ਜੀ ਨੇ ਇਸ਼ਨਾਨ ਕਰਵਾਇਆ ਤੇ ਨਾਲ ਜਿਹੜੀ ਲੱਕੜਾਂ ਦੀ ਚਿਖਾ ਵੀ ਤਿਆਰ ਕੀਤੀ ਗਈ ਵੱਖਰੀ। ਆਨੰਦ ਸਾਹਿਬ ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਮਿਲ ਕਰਕੇ ਪੜ੍ਹਿਆ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ। ਜਦੋਂ ਆਨੰਦ ਸਾਹਿਬ ਦੀ ਪਾਵਨ ਗੁਰਬਾਣੀ 40 ਪੌੜੀਆਂ ਪੜ੍ਹ ਕੇ ਸੰਪੂਰਨਤਾ ਹੋਈ ਹੈ ਤਾਂ ਉਸ ਵੇਲੇ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਸਰੀਰ ਸ਼ਾਂਤ ਹੋ ਗਿਆ। ਸਰੀਰ ਪਿਆ ਹੈ ਪਰੰਤੂ ਆਤਮਾ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਵਰਾਜੀ। ਉੱਥੇ ਭਾਈ ਰਤਨ ਸਿੰਘ ਜੀ ਭੰਗੂ ਜੀ ਨੇ ਬੜੇ ਪਿਆਰ ਦੇ ਸ਼ਬਦ ਲਿਖੇ ਨੇ ਕਿ ਜਦੋਂ ਭਾਈ ਤਾਰੂ ਸਿੰਘ ਜੀ ਦੀ ਆਤਮਾ ਸਰੀਰ ਵਿੱਚੋਂ ਨਿਰਾਲੀ ਹੋਈ, ਉਹ ਕਿੱਥੇ ਗਈ ਹੈ? ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਗਏ। ਸਤਿਗੁਰਾਂ ਨੇ ਆਪਣੇ ਖੱਬੇ ਪਾਸੇ ਭਾਈ ਤਾਰੂ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੋਦ ਵਿੱਚ ਬਿਠਾ ਲਿਆ। ਕੋਲੇ ਸ਼ਹੀਦ ਭਾਈ ਮਨੀ ਸਿੰਘ ਜੀ ਬੈਠੇ। ਇਹ ਉਹਨਾਂ ਦੀ ਭਾਵਨਾ ਤੇ ਅੰਦਰਲੀ ਜਿਹੜੀ ਐਸੀ ਅਧਿਆਤਮਕ ਕਾਰ ਵਿਰਤੀ ਦੇ ਦੁਆਰਾ ਬਚਨ ਲਿਖੇ ਨੇ। ਉਸ ਵੇਲੇ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਦਾ ਫਿਰ ਜਿਹੜਾ ਸੰਸਕਾਰ ਦੀ ਸਾਰੀ ਮਰਜ਼ਾਦਾ ਸੀ, ਸ਼ਹੀਦ ਭਾਈ ਸੁਵੇਗ ਸਿੰਘ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਲਾਹੌਰ ਦੇ ਵਿੱਚ ਸੰਪੂਰਨ ਕੀਤੀ। ਅੱਜ ਉਸ ਮਹਾਨ ਗੁਰਸਿੱਖ ਦਾ ਜਿਨ੍ਹਾਂ ਦੇ ਅਸੀਂ ਅਰਦਾਸਾਂ ਦੇ ਵਿੱਚ ਨਾਮ ਲੈਂਦੇ ਕਿ ਖੋਪੜੀਆਂ ਲੋਹਾਈਆਂ, ਬਹੁਤ ਗੁਰਸਿੱਖਾਂ ਦੀਆਂ ਖੋਪੜੀਆਂ ਲਈਆਂ ਹੋਣਗੀਆਂ ਪਰੰਤੂ ਉਹਨਾਂ ਦੇ ਨਾਮ ਇਤਿਹਾਸ ਵਿੱਚ ਦਰਜ ਹੋਣੋਂ ਰਹਿ ਗਏ ਹੋਣਗੇ। ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਸਾਡੇ ਸਾਰੇ ਗੁਰਮੁਖ ਪਿਆਰੇ ਗੁਰਸਿੱਖਾਂ ਦੀ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਤੇ ਕੋਟ ਕੋਟ ਪ੍ਰਣਾਮ ਹੋਵੇ। ਉਹਨਾਂ ਦੇ ਪਾਏ ਪੂਰਨਿਆਂ ਤੇ ਜੇ ਅਸੀਂ ਚੱਲਾਂਗੇ ਤੇ ਸ਼ਹੀਦਾਂ ਦੀਆਂ ਖੁਸ਼ੀਆਂ ਲੈ ਜਾਵਾਂਗੇ। ਅਸੀਂ ਵੀ ਕੇਸਾਂ ਤੇ ਮਾਣ ਕਰੀਏ, ਕੇਸਾ ਧਾਰੀ ਹੋ ਕੇ ਜਿਉਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਰਹਿਤ ਵਹਿਤ ਵਿੱਚ ਪਰਪੱਕ ਹੋਈਏ। ਫਿਰ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਤੇ ਅਸੀਂ ਧੀਆਂ ਸਦਵਾ ਸਕਦੇ ਹਾਂ। ਅਸੀਂ ਬੱਚੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। ਬੱਚਾ ਅਨੇਕਾਂ ਗਲਤੀਆਂ ਕਰਦਾ ਤੇ ਪਿਤਾ ਮਾਤਾ ਫਿਰ ਉਹਨੂੰ ਆਪਣੇ ਗਲੇ ਨਾਲ ਲਾ ਲੈਂਦੇ ਨੇ। ਜੇ ਗਲਤੀਆਂ ਹੋਈਆਂ ਨੇ ਜ਼ਿੰਦਗੀ ਦੇ ਅੰਦਰ ਤੇ ਪੰਜਾਂ ਪਿਆਰਿਆਂ ਕੋਲ ਜਾ ਕੇ ਬਖਸ਼ਾ ਲਈਏ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਧੀਆਂ ਬਣ ਜਾਈਏ। ਸੋ ਸਾਧ ਸੰਗਤ ਜੀ, ਅੱਜ ਉਹ ਸ਼ਹੀਦੀ ਦਿਹਾੜਾ ਸਮੁੱਚੀਆਂ ਸੰਗਤਾਂ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਮਨਾ ਰਹੀਆਂ ਹਨ। ਸੋ ਆਓ ਹੁਣ ਜੋ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਕੁਝ ਸਮੇਂ ਵਾਸਤੇ ਰਲ ਮਿਲ ਕਰਕੇ ਵਿਚਾਰ ਕਰ ਲੈਣੀ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਤਨਾਸਰੀ ਰਾਗਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ, ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸਾਰੇ ਜੀਵਾਂ ਦੇ ਪ੍ਰਾਣ ਸਵਾਸਾਂ ਦਾ ਪਤ ਕਹੀਏ ਪਤੀ ਹੈ, ਮਾਲਕ ਹੈ। 24,000 ਰੋਜ਼ਾਨਾ ਦਾ ਸਵਾਸ ਮਿਲਦਾ ਸਾਨੂੰ ਵਰਤਣ ਵਾਸਤੇ। ਇਹਨਾਂ ਦਾ ਮਾਲਕ ਕੌਣ ਹੈ? ਦੇਣ ਵਾਲਾ ਕੌਣ? ਉਹ ਪਰਮਾਤਮਾ ਹੈ। ਇੱਕ ਸਵਾਸ ਵੀ ਕੋਈ ਡਾਕਟਰ ਵੈਦ ਹਕੀਮ ਬੰਦਾ ਦੇ ਕਰਕੇ ਕਿਸੇ ਮੁਰਦੇ ਦੀ ਮਨੁੱਖ ਨਾਲ ਗੱਲ ਨਹੀਂ ਕਰਵਾ ਸਕਦਾ। ਹਵਾ ਤੇ ਇਹੀ ਹੈ ਪਰੰਤੂ ਉਸ ਪਰਮਾਤਮਾ ਪ੍ਰਾਣਾਂ ਦੇ ਪਤੀ ਮਾਲਕ ਵਾਹਿਗੁਰੂ ਨੇ ਹੁਕਮ ਦੇ ਵਿੱਚ ਹਵਾ ਨੂੰ ਵੀ ਬੰਨ੍ਹ ਕੇ ਰੱਖਿਆ। ਸਰੀਰ ਦੇ ਅੰਦਰ ਸਵਾਸਾਂ ਦਾ ਸਹਾਰਾ ਦੇ ਕੇ ਸਰੀਰ ਖੜੇ ਕੀਤੇ ਨੇ, ਇਸ ਲਈ ਉਹਨੂੰ ਪ੍ਰਾਣਪਤ ਕਹਿੰਦੇ। ਪ੍ਰਾਣਾਂ ਦਾ ਵੀ ਪਤੀ ਜਿਹੜਾ ਮਾਲਕ ਹੈ। ਜਿਨ੍ਹਾਂ ਜੀਵਾਂ ਨੂੰ ਉਹ ਪਰਮਾਤਮਾ ਸਵਾਸਾਂ ਦਾ ਮਾਲਕ ਵਾਹਿਗੁਰੂ ਭੁੱਲ ਜਾਂਦਾ, ਵਿਸਰ ਜਾਂਦਾ ਹੈ, ਸੋਈ ਗਨਹੁ ਅਭਾਗਾ। ਅਤੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਦਾਤਾ ਵੀ ਸ਼੍ਰੋਮਣੀ ਹੈ ਪਰਮਾਤਮਾ। ਸਾਰਿਆਂ ਤੋਂ ਸ਼੍ਰੋਮਣੀ ਦਾਤਾ ਜਿਹਨੂੰ ਭੁੱਲ ਗਿਆ, ਸੋਈ ਗਨਹੁ ਅਭਾਗਾ।
ਉਸ ਮਨੁੱਖ ਨੂੰ ਅਭਾਗਾ ਦਾ ਅਰਥ ਹੈ ਮਾੜੇ ਕਰਮਾਂ ਵਾਲਾ, ਗਣੋਂ ਦਾ ਅਰਥ ਹੈ ਵਿਚਾਰਨਾ ਕਰੋ, ਉਹ ਅਸ਼ੁਭ ਕਰਮਾਂ ਵਾਲਾ ਹੈ। ਮੱਥੇ ਦੇ ਚੰਗੇ ਲੇਖ ਨਹੀਂ ਹੈ ਜਿਹੜਾ ਪਰਮਾਤਮਾ ਨੂੰ ਭੁਲਾ ਦਿੰਦਾ। ਪਰਮਾਤਮਾ ਵਾਹਿਗੁਰੂ ਨੂੰ ਤੇ ਸਵਾਸ ਦੇ ਨਾਲ ਯਾਦ ਕਰਨਾ ਚਾਹੀਦਾ। ਜਿਹੜੇ ਵਿਸਾਰ ਦਿੰਦੇ ਭੁਲਾ ਦਿੰਦੇ, ਅਭਾਗਾ ਮਾੜੇ ਕਰਮਾਂ ਵਾਲੇ ਗਣੋਂ ਗਿਣੇ ਜਾਂਦੇ, ਵਿਚਾਰਨਾ ਕਰੋ। ਚਰਨ ਕਮਲ ਜਾ ਕਾ ਮਨ ਰਾਗਿਓ। ਜਿਸ ਗੁਰੂ ਦੇ ਪਿਆਰੇ ਗੁਰਸਿੱਖ ਦਾ ਪਰਮਾਤਮਾ ਦੇ ਨਾਮ ਰੂਪ ਜਿਹੜੇ ਚਰਨ ਹਨ, ਕਮਲਾਂ ਦੀ ਨਿਆਈ ਪਦਾਰਥਾਂ ਦੇ ਜਲ ਤੋਂ ਨਿਰਲੇਪ ਰੱਖਦੇ ਨੇ, ਮੋਹ ਮਾਇਆ ਦੇ ਚਿੱਕੜ ਤੋਂ ਨਿਰਲੇਪ ਰੱਖਣ ਵਾਲੇ ਹਨ। ਐਸੇ ਚਰਨਾਂ ਕਵਲਾਂ ਵਿੱਚ ਜਿਸ ਦਾ ਮਨ ਰਾਗਿਓ ਰੰਗਿਆ ਗਿਆ, ਅਬੈ ਸਰੋਵਰ ਪਾਗਾ। ਉਹੀ ਫਿਰ ਪਰਮਾਤਮਾ ਵਾਹਿਗੁਰੂ ਜੀ ਦੇ ਬ੍ਰਹਮਾਨੰਦ ਦੇ ਐਸੇ ਅੰਮ੍ਰਿਤ ਸਰੋਵਰ ਦੇ ਵਿੱਚ ਪਾਗਾ ਤਦਾਕਾਰ ਹੁੰਦਾ ਹੈ। ਉਹੀ ਐਸੇ ਸਰੋਵਰ ਦੇ ਵਿੱਚ ਜਾ ਕਰਕੇ ਇਸ਼ਨਾਨ ਕਰਦਾ, ਸਰੋਵਰ ਦੇ ਵਿੱਚ ਉਸ ਨੂੰ ਜਿਹੜਾ ਸੁਭਾਗ ਅਵਸਰ ਪ੍ਰਾਪਤ ਹੁੰਦਾ। ਬ੍ਰਹਮਾਨੰਦ ਦਾ ਜਿਹੜਾ ਸਰੋਵਰ ਉਹਦੇ ਵਿੱਚ ਉਹ ਰੰਗਿਆ ਜਾਂਦਾ, ਮਿਲ ਜਾਂਦਾ। ਤੇਰਾ ਜਨ ਰਾਮ ਨਾਮ ਰੰਗ ਜਾਗਾ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ, ਰਾਮ ਰਮੇ ਹੋਏ ਵਾਹਿਗੁਰੂ ਜੀ, ਤੇਰਾ ਜਿਹੜਾ ਜਨ ਸੇਵਕ ਹੈ, ਤੇਰਾ ਦਾਸ ਉਹੀ ਕਿਹਾ ਜਾ ਸਕਦਾ। ਕਹਿਣ ਨੂੰ ਤੇ ਸਾਰੇ ਵਾਹਿਗੁਰੂ ਦੇ ਸੇਵਕ ਬਣ ਜਾਂਦੇ, ਜਾਂ ਕਿਸੇ ਤੋਂ ਕਹਾ ਲੈਂਦੇ ਵੀ ਇਹ ਬੜਾ ਪੱਕਾ ਸੇਵਕ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਕੌਣ ਹੈ ਜਨ ਸੇਵਕ ਪਰਮਾਤਮਾ ਦਾ? ਨਾਮ ਰੰਗ ਜਾਗਾ। ਜਿਹੜਾ ਅਵਿਦਿਆ ਦੀ ਨੀਂਦ ਵਿੱਚੋਂ ਗਿਆਨ ਦੀ ਜਾਗਰਤ ਅਵਸਥਾ ਦੇ ਵਿੱਚ ਜਾਗ ਪਿਆ ਹੈ ਤੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਗਿਆ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਕਦੇ ਵੀ ਜਿਸ ਨੂੰ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ, ਉਹੀ ਆਪ ਜੀ ਦਾ ਪਿਆਰਾ ਸੇਵਕ ਕਿਹਾ ਜਾ ਸਕਦਾ। ਆਲਸ ਛੀਜ ਗਿਆ ਸਭ ਤਨ ਤੇ। ਐਸੇ ਗੁਰੂ ਦੇ ਪਿਆਰੇ ਆਪ ਜੀ ਦੇ ਸੇਵਕ ਦੇ ਅੰਦਰੋਂ ਆਲਸ ਦਾ ਅਰਥ ਜਿਹੜਾ ਦਲਿੱਦਰਪੁਣਾ ਹੈ, ਢਿੱਲਾਪੁਣਾ ਹੈ ਜੀਵਨ ਦਾ। ਛੀਜ ਗਿਆ ਸਭ ਤਨ ਤੇ, ਉਹ ਸਾਰੇ ਦਾ ਸਾਰਾ ਤਨ ਸਰੀਰ ਵਿੱਚੋਂ ਛੀਜ ਗਿਆ ਦਾ ਅਰਥ ਖਤਮ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਪ੍ਰੀਤਮ ਸਿਉ ਮਨ ਲਾਗਾ। ਪ੍ਰੀਤਮ ਦਾ ਅੱਖਰੀ ਅਰਥ ਹੁੰਦਾ ਜਿਹੜਾ ਤਮਾਂ ਤੋਂ ਪਰੇ ਹੋਵੇ, ਜਿਹਦੇ ਅੰਦਰ ਥੋੜੀ ਬਹੁਤੀ ਵੀ ਕੋਈ ਤਮਾਂ ਖਾਹਿਸ਼ ਨਾ ਹੋਵੇ, ਉਹਨੂੰ ਪ੍ਰੀਤਮ ਕਹਿੰਦੇ ਨੇ। ਜਾਂ ਦੂਜਾ ਅਰਥ ਪ੍ਰੀਤਮ ਦਾ ਪਿਆਰਾ ਕੀਤਾ ਜਾਂਦਾ, ਜਿਹੜਾ ਸਾਰਿਆਂ ਦਾ ਪਿਆਰਾ ਪਰਮਾਤਮਾ, ਉਸ ਨਾਲ ਗੁਰਸਿੱਖ ਦਾ ਮਨ ਲਾਗਾ ਲੱਗ ਜਾਂਦਾ, ਜੁੜ ਜਾਂਦਾ ਹੈ। ਰਹਾਉ ਅਸਥਾਈ ਦੇ ਕੇ ਵਿਸਰਾਮ ਦੇ ਕੇ ਸਤਿਗੁਰੂ ਉਚਾਰਨ ਕਰਦੇ ਹਨ। ਜਹ ਜਹ ਪੇਖੋ ਤਹ ਨਾਰਾਇਣ। ਜਦੋਂ ਗੁਰੂ ਦੇ ਗੁਰਸਿੱਖ ਦੀ ਐਸੀ ਗਿਆਨ ਜਾਗਰਤ ਅਵਸਥਾ ਬਣ ਜਾਂਦੀ ਹੈ, ਗਿਆਨਵਾਨ ਦੀ ਅਵਸਥਾ ਕੀ, ਜਹ ਜਹ ਪੇਖੋ, ਜਿਸ ਜਿਸ ਪਾਸੇ ਵੀ ਪੇਖੋ ਵੇਖਦਾ ਹੈ ਨਜ਼ਰ ਮਾਰ ਕੇ, ਚਾਹੇ ਮਾਤ ਲੋਕ ਵੱਲ ਵੇਖਦਾ, ਚਾਹੇ ਬ੍ਰਹਮ ਲੋਕ ਵੱਲ ਵੇਖਦਾ, ਚਾਹੇ ਪਤਾਲ ਲੋਕ ਦੇ ਵੱਲ ਵੇਖਦਾ ਹੈ, ਤੇ ਕਿਸੇ ਵੱਲ ਵੀ ਜਦੋਂ ਉਹਦੀ ਨਜ਼ਰ ਜਾਂਦੀ ਹੈ, ਤਹ ਨਾਰਾਇਣ। ਉੱਥੇ ਨਾਰਾਇਣ ਦਾ ਅਰਥ ਨਰਾਂ ਨਰਾਂ ਦੇ ਵਿੱਚ ਆਇਆ ਹੋਇਆ ਪਰਮਾਤਮਾ ਵਾਹਿਗੁਰੂ ਹੀ ਦਿਸਦਾ ਹੈ। ਉਹ ਦੈਂਤਾਂ ਵਿੱਚ ਵੀ ਪਰਮਾਤਮਾ ਨੂੰ ਤੱਕਦਾ, ਦੇਵ ਰੂਹਾਂ ਵਿੱਚ ਵੀ ਪਰਮਾਤਮਾ ਨੂੰ ਵੇਖਦਾ, ਮਨੁੱਖਾਂ ਵਿੱਚ ਵੀ ਪਰਮਾਤਮਾ ਦੀ ਜੋਤ, ਪਸ਼ੂਆਂ ਵਿੱਚ ਵੀ, ਪੰਛੀਆਂ ਵਿੱਚ ਵੀ ਪਰਮਾਤਮਾ ਦੀ ਜੋਤ ਹੈ। ਬਨਸਪਤੀ ਦੇ ਅੰਦਰ ਵੀ ਪਰਮਾਤਮਾ ਦੀ ਜੋਤ ਨੂੰ ਵੇਖ ਲੈਂਦਾ। ਜਿੱਥੇ ਵੀ ਨਜ਼ਰ ਮਾਰ ਕੇ ਵੇਖਦਾ, ਉੱਥੇ ਹੀ ਨਾਰਾਇਣ ਪਰਮਾਤਮਾ ਵਾਹਿਗੁਰੂ ਦਾ ਸਰੂਪ ਨਜ਼ਰੀ ਪੈਂਦਾ ਹੈ। ਸਗਲ ਘਟਾ ਮਹਿ ਤਾਗਾ। ਪਰਮਾਤਮਾ ਦੀ ਜੋਤ ਕਿਸ ਤਰ੍ਹਾਂ ਦਿਸਦੀ ਹੈ ਗਿਆਨਵਾਨ ਨੂੰ? ਸਤਿਗੁਰੂ ਕਹਿੰਦੇ ਸਗਲ ਘਟਾ ਮਹਿ ਤਾਗਾ। ਸਗਲ ਸਾਰੇ ਘਟਾਂ ਸਰੀਰਾਂ ਦੇ ਅੰਦਰ ਤਾਗੇ ਦੀ ਨਿਆਈ ਵੇਖ ਲੈਂਦਾ। ਜਿਵੇਂ ਹਾਰ ਹੁੰਦਾ, ਉਹਦੇ ਵਿੱਚ ਮਣਕੇ ਵੱਖੋ ਵੱਖਰੇ ਹੁੰਦੇ, ਕੋਈ ਫੁੱਲ ਹੁੰਦੇ ਹਾਰ ਵਿੱਚ ਪਰੋਏ ਹੋਏ, ਪਰੰਤੂ ਉਹਨਾਂ ਫੁੱਲਾਂ ਵੱਖੋ ਵੱਖਰਿਆਂ ਮੋਤੀਆਂ ਦੇ ਅੰਦਰ ਤਾਗਾ ਤੇ ਇੱਕੋ ਹੀ ਹੁੰਦਾ ਹੈ। ਇੱਕ ਤਾਗੇ ਦੇ ਦੁਆਰਾ ਜਿਹੜੇ ਮਾਲਾ ਦੇ ਇਸ ਤਰ੍ਹਾਂ ਮਣਕੇ ਘੁੰਮੀ ਜਾਂਦੇ ਨੇ, ਜੇ ਤਾਗਾ ਵਿੱਚੋਂ ਟੁੱਟ ਜਾਵੇ ਤੇ ਸਾਰੇ ਮਣਕੇ ਖਿੱਲਰ ਜਾਂਦੇ।
ਇਸੇ ਤਰ੍ਹਾਂ ਪਰਮਾਤਮਾ ਦੀ ਜਿਹੜੀ ਜੋਤ ਹੈ, ਆਤਮਾ ਸਰੂਪ ਹੈ, ਇਹ ਤਾਗੇ ਦੀ ਨਿਆਈ ਸਾਰਿਆਂ ਦੇ ਅੰਦਰ ਹੈ। ਜਦੋਂ ਤਾਗੇ ਦੀ ਨਿਆਈ ਸਰੀਰ ਵਿੱਚੋਂ ਇਹ ਨਿਰਾਲਾ ਹੋ ਜਾਂਦਾ ਤੇ ਵੱਡੇ ਵੱਡੇ ਸਰੀਰ ਦੇਵਤਿਆਂ ਦੇ, ਦੈਂਤਾਂ ਦੇ, ਅਵਤਾਰੀ ਪੁਰਖਾਂ ਦੇ, ਇਹ ਸਾਰੇ ਡਿੱਗ ਪੈਂਦੇ ਨੇ ਧਰਤੀ ਤੇ। ਇਹ ਗੁਰਮੁਖ ਜਿਹੜੇ ਨੇ, ਗਿਆਨਵਾਨਾਂ ਦੀ ਦ੍ਰਿਸ਼ਟੀ ਹੈ, ਉਹ ਜਿਵੇਂ ਤਾਗਾ ਹੁੰਦਾ ਸਾਰੇ ਮੋਤੀਆਂ ਦੇ ਅੰਦਰ, ਇਸੇ ਤਰ੍ਹਾਂ ਵਾਹਿਗੁਰੂ ਦੀ ਜੋਤ ਆਤਮਾ ਰੂਪੀ ਤਾਗੇ ਨੂੰ ਸਾਰੇ ਘਟਾਂ ਸਰੀਰਾਂ ਦੇ ਵਿੱਚ ਉਹ ਵੇਖ ਲੈਂਦੇ ਹਨ। ਨਾਮ ਉਦਕ ਪੀਵਤ ਜਨ ਨਾਨਕ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਜਨ ਸੇਵਕ ਬਣ ਕਰਕੇ, ਦਾਸ ਬਣ ਕੇ ਗੁਰੂ ਦੇ ਪਾਸੋਂ ਨਾਮ ਰੂਪੀ ਉਦਕ ਜਲ ਨੂੰ ਪੀਵਤ ਪੀਣਾ ਕੀਤਾ ਹੈ, ਜਿਹੜੇ ਅਧਿਕਾਰੀ ਬਣ ਕਰਕੇ ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਂਦੇ ਨੇ, ਸਤਿਗੁਰੂ ਦੇ ਕੋਲੋਂ ਨਾਮ ਰੂਪੀ ਉਦਕ ਜਲ ਨੂੰ ਪੀਂਦੇ ਨੇ। ਪੀਣਾ ਕੀ ਹੈ? ਧਾਰਨ ਕਰਦੇ ਨੇ। ਜੋ ਪੰਜ ਪਿਆਰਿਆਂ ਨੇ ਨਿਤਨੇਮ ਦਿੱਤਾ ਹੈ, ਮੂਲ ਮੰਤਰ ਗੁਰ ਮੰਤਰ ਦਾ ਸਿਮਰਨ ਦਿੱਤਾ, ਉਹਨੂੰ ਜ਼ਿੰਦਗੀ ਦਾ ਅੰਗ ਬਣਾ ਲੈਂਦੇ, ਇਹੀ ਪੀਣਾ ਹੈ। ਜਿਨ੍ਹਾਂ ਨੇ ਨਾਮ ਰੂਪੀ ਉਦਕ ਜਲ ਨੂੰ ਪੀਵਤ ਪੀਣਾ ਕੀਤਾ, ਧਾਰਨ ਕੀਤਾ ਹੈ, ਤਿਆਗੇ ਸਭ ਅਨੁਰਾਗਾ। ਉਹਨਾਂ ਦਾ ਕੇਵਲ ਤੇ ਕੇਵਲ ਅਨੁਰਾਗਾ ਜਿਹੜਾ ਪ੍ਰੇਮ ਹੈ, ਇੱਕ ਗੁਰੂ ਦੇ ਨਾਲ ਹੀ ਰਹਿ ਜਾਂਦਾ ਹੈ, ਇੱਕ ਪਰਮਾਤਮਾ ਦੇ ਨਾਲ ਹੀ ਉਹਨਾਂ ਦਾ ਪ੍ਰੇਮ ਰਹਿ ਜਾਂਦਾ। ਬਾਕੀ ਸਭ ਅਨੁਰਾਗਾ, ਸਾਰੇ ਜਿੰਨੇ ਵੀ ਪ੍ਰੇਮ ਨੇ, ਕੋਈ ਦੇਵਤਿਆਂ ਦੇ ਨਾਲ ਪ੍ਰੇਮ ਕਰਦਾ, ਕੋਈ ਮੜੀਆਂ ਮਸਾਣਾਂ ਨਾਲ ਪ੍ਰੇਮ ਕਰਦਾ, ਕੋਈ ਪੀਰਾਂ ਦੀਆਂ ਕਬਰਾਂ ਨਾਲ ਪ੍ਰੇਮ ਕਰਦਾ ਹੈ। ਵੱਖੋ ਵੱਖਰੇ ਪ੍ਰੇਮ ਨੇ ਮਨੁੱਖਾਂ ਦੇ। ਗੁਰੂ ਦੇ ਪਿਆਰੇ ਗੁਰਸਿੱਖ ਦੇ ਸਾਰੇ ਹੀ ਜਿੰਨੇ ਨੇ ਤਿਆਗੇ ਜਾਂਦੇ ਨੇ, ਕੇਵਲ ਇੱਕ ਪਰਮਾਤਮਾ ਦਾ ਪ੍ਰੇਮ ਉਹਦੇ ਦਿਲ ਵਿੱਚ ਰਹਿ ਜਾਂਦਾ, ਕਿਉਂਕਿ ਪਰਮੇਸ਼ਰ ਵਾਹਿਗੁਰੂ ਹੀ ਸਾਰਿਆਂ ਦਾ ਸ਼੍ਰੋਮਣੀ ਹੈ। ਤੇ ਜਿਹਨੇ ਪਰਮਾਤਮਾ ਨੂੰ ਖੁਸ਼ ਕਰ ਲਿਆ, ਉਹਨੇ ਦੇਵਤੇ ਵੀ ਖੁਸ਼ ਕਰ ਲਏ। ਜਿਹਨੇ ਪਰਮਾਤਮਾ ਦੀਆਂ ਖੁਸ਼ੀਆਂ ਲੈ ਲਈਆਂ, ਪੀਰਾਂ, ਪੈਗੰਬਰਾਂ, ਔਲੀਏ, ਅਵਤਾਰਾਂ ਦੀਆਂ ਸਾਰਿਆਂ ਦੀਆਂ ਖੁਸ਼ੀਆਂ ਮਿਲ ਜਾਂਦੀਆਂ, ਕਿਉਂਕਿ ਇਹ ਸਾਰੇ ਇੱਕ ਪਰਮਾਤਮਾ ਦੀ ਅਰਾਧਨਾ ਕਰਦੇ ਨੇ। ਇਸ ਲਈ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਆਓ ਹੁਣ ਜੋ ਸਾਵਣ ਦੇ ਮਹੀਨੇ ਦੀ ਸੰਕਰਾਂਤ ਦਾ ਸ਼ੁਭ ਅੱਜ ਦਿਹਾੜਾ ਹੈ, ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਜੋ 12 ਮਾਹਾਂ ਦੇ ਦੁਆਰਾ ਮਹੀਨੇ ਦਾ ਸਾਨੂੰ ਫਲਾਦੇਸ਼ ਸੁੰਦਰ ਵਿਚਾਰ ਬਖਸ਼ਿਸ਼ ਕਰ ਰਹੇ ਨੇ, ਪਿਆਰ ਸਤਿਕਾਰ ਨਾਲ ਸ਼ਰਵਣ ਕਰੀਏ ਜੀ। ਸਾਵਣ ਸਰਸੀ ਕਾਮਣੀ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਸੰਸਾਰ ਦੇ ਅੰਦਰ ਜਦੋਂ ਸਮੇਂ ਦੀ ਵੰਡ ਕੀਤੀ ਹੈ, ਦੋ ਚੀਜ਼ਾਂ ਰੱਖੀਆਂ ਨੇ। ਸਮੇਂ ਨੂੰ ਨਾਪਣ ਵਾਸਤੇ ਜਾਂ ਤਾਂ ਸਮਾਂ ਚੰਦਰਮਾ ਦੇ ਨਾਲ ਨਾਪਿਆ ਜਾਣਾ, ਤੇ ਜਾਂ ਸਾਧ ਸੰਗਤ ਜਿਹੜਾ ਸਮਾਂ ਹੈ ਸੂਰਜ ਦੇ ਨਾਲ ਨਾਪਿਆ ਜਾਵੇਗਾ। 365 ਦਿਨ ਬਣ ਜਾਂਦੇ, 12 ਮਹੀਨੇ ਕਹਿਲਾਉਂਦੇ ਨੇ ਇੱਕ ਸਾਲ ਦੇ। ਇਸ ਦੇ ਵਿੱਚ ਜਿਹੜੀਆਂ 12 ਹੀ ਰਾਸ਼ੀਆਂ ਹਨ ਸੂਰਜ ਦੀਆਂ, ਇੱਕ ਰਾਸ਼ੀ ਦੇ ਵਿੱਚੋਂ ਨਿਕਲ ਕੇ ਜਦੋਂ ਦੂਸਰੀ ਰਾਸ਼ੀ ਦੇ ਅੰਦਰ ਇਹ ਸੂਰਜ ਪ੍ਰਵੇਸ਼ ਕਰਦਾ, ਇਹਦੀ ਚਾਲ ਵਿੱਚ ਫਰਕ ਪੈਂਦਾ ਹੈ। ਫਿਰ ਉੱਥੋਂ ਸਮੇਂ ਬਦਲਦੇ ਨੇ, ਉੱਥੋਂ ਮਹੀਨੇ ਤੇ ਰੁੱਤਾਂ ਗਰਮੀ ਸਰਦੀ ਤਬਦੀਲ ਹੁੰਦੇ ਨੇ। ਜਿੱਥੇ 12 ਮਹੀਨੇ ਮੰਨੇ ਨੇ, ਉੱਥੇ 6 ਰੁੱਤਾਂ ਮੰਨੀਆਂ ਨੇ, 2-2 ਮਹੀਨੇ ਦੀ ਇੱਕ ਰੁੱਤ ਹੈ। ਅੱਜ ਦਾ ਜਿਹੜਾ ਮਹੀਨਾ ਸਾਵਣ ਦਾ ਆਰੰਭ ਹੋ ਰਿਹਾ ਹੈ, ਤੇ ਇਸ ਦੇ ਨਾਲ ਜਿਹੜਾ ਹਾੜ ਦਾ ਮਹੀਨਾ ਸੰਪੂਰਨ ਹੋ ਚੁੱਕਿਆ। ਅੱਜ ਤੋਂ ਲੈ ਕੇ ਸਾਵਣ ਦਾ ਮਹੀਨਾ ਤੇ ਜਿਹੜਾ ਭਾਦਰੋਂ ਦਾ ਮਹੀਨਾ, ਇਹ ਦੋਵੇਂ ਪਾਵਸ ਰੁੱਤ ਦੇ ਮਹੀਨੇ ਨੇ। ਪਾਵਸ ਰੁੱਤ ਦੀ ਆਰੰਭਤਾ ਹੋ ਰਹੀ ਹੈ, ਸਾਵਣ ਦੇ ਮਹੀਨੇ ਦੀ ਆਰੰਭਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ, ਸਾਵਣ ਸਰਸੀ ਕਾਮਣੀ। ਕਾਮਣੀ ਨਾਮ ਹੈ ਇਸਤਰੀ ਦਾ, ਤ੍ਰੀਮਤ ਦਾ। ਸਰਸੀ ਦਾ ਅਰਥ ਸਹਿਤ ਰਸ ਦੇ ਹੋ ਗਏ, ਆਨੰਦ ਦੇ ਸੰਯੋਗਤ ਉਹ ਇਸਤਰੀ ਹੋ ਗਈ ਸਾਵਣ ਦੇ ਮਹੀਨੇ ਵਿੱਚ। ਕਿਉਂਕਿ ਮਹੀਨੇ ਤੇ ਹੋਰ ਵੀ ਨੇ ਵੱਖੋ ਵੱਖਰੇ, ਇਸੇ ਪ੍ਰਕਾਰ ਜਿਹੜਾ ਸਾਵਣ ਦਾ ਮਹੀਨਾ ਕੀ ਹੈ? ਮਨੁੱਖਾ ਸਰੀਰ। ਇਸਤਰੀ ਕਿਹੜੀ ਹੈ? ਜੀਵ ਰੂਪ ਸਾਰੇ ਹੀ ਅਸੀਂ ਇਸਤਰੀਆਂ ਹਾਂ ਪਰਮਾਤਮਾ ਦੀਆਂ। ਹਮਰੋ ਭਰਤੋ ਵੱਡੋ ਵਿਵੇਕੀ ਆਪੇ ਸੰਤ ਕਹਾਵੈ। ਸਾਡਾ ਸਾਰਿਆਂ ਦਾ ਭਰਤਾ ਜਿਹੜਾ ਪਤੀ ਉਹ ਪਰਮਾਤਮਾ ਵਾਹਿਗੁਰੂ ਆਪ ਹੈ।
ਉਹ ਸਾਰਿਆਂ ਦਾ ਮਾਲਕ ਕਹਿਲਾਉਂਦਾ। ਅਸੀਂ ਜੀਵ ਰੂਪ ਇਸਤਰੀਆਂ ਹਾਂ। ਸਾਵਣ ਦੇ ਮਹੀਨੇ ਮਨੁੱਖਾ ਸਰੀਰ ਦੇ ਅੰਦਰ ਉਹ ਜੀਵ ਰੂਪ ਇਸਤਰੀਆਂ ਸਹਿਤ ਰਸ ਗਿਆਨ ਆਨੰਦ ਦੇ ਜਾਂ ਪ੍ਰੇਮ ਆਨੰਦ ਦੇ ਸੰਯੋਗਤ ਉਹ ਹੋ ਜਾਂਦੀਆਂ ਹਨ। ਚਰਨ ਕਮਲ ਸਿਉ ਪਿਆਰ, ਜਿਨ੍ਹਾਂ ਦਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਬਾਣੀ ਰੂਪ ਚਰਨਾਂ ਦੇ ਤੇ ਕਵਲ ਦੀ ਨਿਆਈ ਨਿਰਲੇਪਤਾ ਰੱਖਣ ਵਾਲੇ ਗੁਰੂ ਦੇ ਚਰਨਾਂ ਨਾਲ ਪਿਆਰ ਹੈ। ਸਤਿਗੁਰੂ ਦੇ ਜਿਹੜੇ ਚਰਨ ਆਪ ਨਿਰਲੇਪ ਨੇ, ਗ੍ਰਸਤੀ ਗੁਰਸਿੱਖ ਨੂੰ ਘਰ-ਵਾਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹ ਗ੍ਰਸਤ ਦੇ ਅੰਦਰ ਖਾਚਤ ਨਹੀਂ ਹੋਣ ਦਿੰਦੇ। ਗੁਰੂ ਦਾ ਸਿੱਖ ਇਸ ਤਰ੍ਹਾਂ ਦੇ ਨਾਲ ਘਰ ਦੇ ਵਿੱਚ ਰਹਿੰਦਾ ਜਿਵੇਂ ਰਹਿੰਦਾ ਹੀ ਨਹੀਂ ਹੈ। ਗੁਰਸਿੱਖ ਇਸ ਤਰ੍ਹਾਂ ਦੇ ਨਾਲ ਘਰ ਵਿੱਚ ਪਦਾਰਥ ਖਾਂਦੇ ਜਿਵੇਂ ਖਾਂਦੇ ਹੀ ਨਹੀਂ ਹਨ। ਉਹ ਪਹਿਨਦੇ ਇਸ ਤਰ੍ਹਾਂ ਨੇ ਜਿਵੇਂ ਪਹਿਨਦੇ ਹੀ ਨਾ ਹੋਣ, ਕਿਉਂਕਿ ਗੁਰੂ ਦੇ ਚਰਨਾਂ ਦਾ ਜਿਨ੍ਹਾਂ ਨੂੰ ਪਿਆਰ ਲੱਗ ਗਿਆ, ਗੁਰੂ ਦੇ ਚਰਨਾਂ ਨੇ ਗੁਰਸਿੱਖ ਦਾ ਜੀਵਨ ਦੁਨੀਆ ਦੀ ਮੋਹ ਮਾਇਆ ਦੇ ਚਿੱਕੜ ਤੋਂ, ਪਦਾਰਥਾਂ ਦੇ ਪਾਣੀ ਤੋਂ ਨਿਰਲੇਪ ਕਰਕੇ ਰੱਖ ਦੇਣਾ। ਕਵਲ ਦੇ ਵਿੱਚ ਵਿਸ਼ੇਸ਼ਤਾ ਹੁੰਦੀ, ਪਾਣੀ ਦਾ ਤਬਕਾ ਉਹਦੇ ਪੱਤਿਆਂ ਤੇ ਪਾਓ, ਤਬਕਾ ਵੀ ਨਹੀਂ ਰੁਕੇਗਾ। ਚਿੱਕੜ ਦੇ ਵਿੱਚ ਪੈਦਾ ਹੁੰਦਾ ਤੇ ਆਪਣਾ ਜੀਵਨ ਚਿੱਕੜ ਤੋਂ ਨਿਰਾਲਾ ਰੱਖਦਾ ਹੈ। ਇਸੇ ਤਰ੍ਹਾਂ ਗੁਰੂ ਦੇ ਨਾਮ ਰੂਪ ਚਰਨ ਹਨ ਕਵਲ ਦੀ ਨਿਆਈ, ਉਹ ਕੋਮਲਤਾ ਵਾਲੇ ਨੇ। ਕਵਲ ਦੇ ਵਿੱਚ ਧੂੜਾ ਹੋਇਆ ਕਰਦਾ ਸੁਗੰਧੀ ਆਉਂਦੀ ਹੈ, ਪ੍ਰੇਮ ਰੂਪੀ ਧੂੜਾ ਹੈ ਗੁਰੂ ਦੇ ਚਰਨਾਂ ਦੇ। ਇਸ ਤਰ੍ਹਾਂ ਤੇ ਭਗਤੀ ਦੀ ਸੁਗੰਧੀ ਆਉਂਦੀ ਹੈ। ਸਾਰੇ ਗੁਣ ਨੇ ਗੁਰੂ ਸਾਹਿਬ ਦੇ ਨਾਮ ਰੂਪ ਚਰਨਾਂ ਦੇ ਵਿੱਚ। ਜਿਨ੍ਹਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦਾ ਚਰਨਾਂ ਕਮਲਾਂ ਨਾਲ ਪਿਆਰ ਲੱਗ ਗਿਆ, ਉਹ ਜੀਵ ਰੂਪ ਇਸਤਰੀਆਂ ਸਾਵਣ ਦੇ ਮਹੀਨੇ ਮਨੁੱਖਾ ਸਰੀਰ ਵਿੱਚ ਸਹਿਤ ਰਸ ਦੇ ਹੋ ਜਾਂਦੀਆਂ ਹਨ। ਮਨ ਤਨ ਰਤਾ ਸੱਚ ਰੰਗ, ਜਿਨ੍ਹਾਂ ਦਾ ਮਨ ਵਿਕਾਰਾਂ ਵੱਲੋਂ, ਵਿਸ਼ਿਆਂ ਦੇ ਵੱਲੋਂ ਮਿਟ ਕਰਕੇ, ਰੁਕ ਕਰਕੇ ਇੱਕ ਪਰਮਾਤਮਾ ਵਾਹਿਗੁਰੂ ਦੇ ਸੱਚੇ ਨਾਮ ਦੇ ਵਿੱਚ ਹੀ ਰੰਗ ਰੰਗਿਆ ਗਿਆ। ਤਨ ਜਿਹੜਾ ਸਰੀਰ ਹੈ, ਸਾਧ ਸੰਗਤ ਜੀ, ਸਰੀਰ ਕਰਕੇ ਵੀ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਰੰਗਤ ਲੱਗ ਗਈ ਹੈ। ਇੱਕੋ ਨਾਮ ਆਧਾਰ, ਉਹਨਾਂ ਗੁਰਸਿੱਖਾਂ ਨੂੰ ਇੱਕੋ ਇੱਕ ਪਰਮਾਤਮਾ ਦੇ ਨਾਮ ਦਾ ਹੀ ਆਧਾਰ ਆਸਰਾ ਵੇਖਣ ਨੂੰ ਮਿਲਦਾ ਹੈ। ਉਹ ਕਹਿੰਦੇ ਨੇ ਬਾਕੀ ਤੇ ਸਾਰੇ ਜਿਹੜੇ ਆਸਰੇ ਨੇ ਮਨੁੱਖਾਂ ਦੇ ਆਸਰੇ ਕੀ ਤੱਕਣੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਮਨੁੱਖਾਂ ਦੀ ਟੇਕ ਵੀ ਛੱਡ ਦਿੰਦੇ ਨੇ, ਦੇਵੀ ਦੇਵਤਿਆਂ ਨੂੰ ਬਲੀਆਂ ਦੇ ਕੇ ਖੁਸ਼ ਕਰਨਾ ਪੈਂਦਾ, ਇਹਨਾਂ ਦੀ ਟੇਕ ਵੀ ਨਹੀਂ ਰੱਖਦੇ। ਬੱਕਰੀਆਂ ਦੀਆਂ ਬਲੀਆਂ ਪੀਰਾਂ ਨੂੰ ਜਾ ਕੇ ਕਬਰਾਂ ਤੇ ਦਿੰਦੇ ਪਏ, ਇਹਨਾਂ ਦੀ ਟੇਕ ਵੀ ਨਹੀਂ ਰੱਖਦੇ। ਜਿਨ੍ਹਾਂ ਨੂੰ ਕੁਝ ਦੇ ਕਰਕੇ ਖੁਸ਼ ਕਰ ਲੈਣਾ ਤੇ ਕਾਹਦੀਆਂ ਖੁਸ਼ੀਆਂ ਨੇ। ਬਾਕੀ ਇਹ ਦੇਵੀ ਦੇਵਤੇ ਪੀਰ ਪੈਗੰਬਰ ਜਿੰਨੇ ਵੀ ਨੇ, ਇਹ ਮਨੁੱਖ ਦੇ ਕਰਮਾਂ ਦੇ ਵਿੱਚੋਂ ਹੀ ਦਿੰਦੇ ਨੇ। ਪਰਮਾਤਮਾ ਵਾਹਿਗੁਰੂ ਹੈ ਜਿਹੜਾ ਕਰਮਾਂ ਨੂੰ ਲਿਖਣ ਵਾਲਾ, ਜੇ ਨਹੀਂ ਵੀ ਲਿਖਿਆ ਤੇ ਤਾਂ ਵੀ ਮੱਥੇ ਤੇ ਲਿਖ ਦਿੰਦਾ ਹੈ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਇਸ ਲਈ ਪਰਮਾਤਮਾ ਦੇ ਪਿਆਰਿਆਂ ਦਾ ਜਿਹੜਾ ਹੈ ਇੱਕੋ ਇੱਕ ਪਰਮਾਤਮਾ ਦੇ ਨਾਮ ਦਾ ਹੀ ਆਧਾਰ ਆਸਰਾ ਮਨ ਵਿੱਚ ਹੁੰਦਾ। ਉਹ ਕਹਿੰਦੇ ਬਾਕੀ ਤੇ ਸਾਰੇ ਆਸਰੇ ਜਿਹੜੇ ਬਿਰਥੇ ਨੇ, ਨਕੰਮੇ ਨੇ, ਬਾਅਦ ਵਿੱਚ ਪਛਤਾਵਾ ਹੁੰਦਾ ਵੀ ਕਿਉਂ ਇਹਦਾ ਆਸਰਾ ਤੱਕਣਾ ਸੀ। ਇੱਕ ਪਰਮਾਤਮਾ ਦੇ ਨਾਮ ਦਾ ਆਧਾਰ ਆਸਰਾ ਲੈਂਦੇ ਨੇ। ਮਨ ਵੀ ਤੇ ਤਨ ਵੀ ਉਹਨਾਂ ਦਾ ਸੱਚੇ ਨਾਮ ਦੇ ਵਿੱਚ ਹੀ ਰੱਤਾ ਰੰਗਿਆ ਜਾਂਦਾ ਹੈ। ਵੇਖਿਆ ਰੰਗ ਕੁੜਾਵਿਆ, ਵੇਖਿਆ ਦੇ ਦੋ ਅਰਥ ਨੇ। ਇੱਕ ਤਾਂ ਪੰਜ ਵਿਸ਼ੇ ਇਹਦਾ ਅਰਥ ਕੀਤਾ ਜਾਂਦਾ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਇਹ ਪੰਜ ਜਿਹੜੇ ਵਿਸ਼ੇ ਨੇ, ਇਹਨਾਂ ਦਾ ਰੰਗ ਜਿਹੜਾ ਆਨੰਦ, ਇਹ ਵੀ ਕੂੜਾਵਿਆ, ਕੂੜਾ ਝੂਠਾ ਹੈ। ਥੋੜੇ ਸਮੇਂ ਦੇ ਵਿੱਚ ਹੀ ਟੁੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਦੂਜਾ ਵਿਖਿਆ ਦਾ ਅਰਥ ਜ਼ਹਿਰ ਕੀਤਾ ਜਾਂਦਾ। ਜਿਹੜੀ ਮਾਇਆ ਹੈ ਇਸ ਪ੍ਰਕਾਰੇ ਜ਼ਹਿਰ ਦੀ ਨਿਆਈ ਹੈ, ਤੇ ਜਿਹੜਾ ਮਾਇਆ ਦਾ ਐਸਾ ਰੰਗ ਆਨੰਦ ਹੈ, ਇਹ ਵੀ ਕੂੜਾਵਿਆ, ਝੂਠਾ ਹੈ। ਜਦੋਂ ਤੇ ਚਾਰ ਟਕੇ ਨੇ ਪੱਲੇ ਵਿੱਚ ਤੇ ਲੋਕ ਸਲਾਮਾਂ ਕਰਦੇ ਨੇ, ਤੇ ਜਦੋਂ ਟਕੇ ਚਲੇ ਗਏ ਤੇ ਉਹ ਬੰਦੇ ਨੂੰ ਆਪਣੇ ਮੱਥੇ ਵੀ ਨਹੀਂ ਲਾਉਂਦੇ। ਇਹ ਜਿਹੜੀ ਐਸੀ ਇਹ ਵੇਖਿਆ ਜ਼ਹਿਰ ਰੂਪ ਮਾਇਆ ਹੈ, ਇਹਦੇ ਰੰਗ ਤਾਂ ਬੜੇ ਨੇ, ਬੜੇ ਰੰਗ ਦਿਖਾਉਂਦੀ ਹੈ, ਪਰੰਤੂ ਸਾਰੇ ਹੀ ਕੁੜਾਵਿਆ, ਝੂਠੇ ਨੇ। ਮਾਇਆ ਦਾ ਰੰਗ ਕਦੇ ਸੱਚਾ ਨਹੀਂ ਮੰਨਿਆ ਜਾਂਦਾ। ਦਿਸਨ
ਛੱਬੇ ਛਾਰ। ਇਹਨਾਂ 5 ਵਿਸ਼ਿਆਂ ਤੋਂ ਇਲਾਵਾ ਤੇ ਮਾਇਆ ਵਿਖਿਆ ਜ਼ਹਿਰ ਤੋਂ ਇਲਾਵਾ ਜਿੰਨੇ ਵੀ ਪਦਾਰਥ ਨੇ ਦੁਨੀਆ ਵਿੱਚ ਦਿਸਦੇ ਨੇ, ਦੇਖਣ ਦੇ ਵਿੱਚ ਜੋ ਕੁਝ ਵੀ ਬੰਦਾ ਸਾਹਮਣੇ ਨਜ਼ਰਾਂ ਮਾਰ ਕੇ ਵੇਖਦਾ, ਗੁਰਮੁਖ ਪਿਆਰੇ ਜਿਨ੍ਹਾਂ ਨੇ ਇੱਕ ਨਾਮ ਦਾ ਆਸਰਾ ਲੈ ਲਿਆ, ਉਹ ਕਹਿੰਦੇ ਦਿਸਣ ਵਾਲੇ ਸਭੇ ਛਾਰ। ਸਾਰੇ ਹੀ ਪਦਾਰਥ, ਛਾਰ ਦਾ ਅਰਥ ਸਵਾਹ ਰੂਪ ਨੇ। ਇਹ ਤੇ ਸਾਰੇ ਹੀ ਇਸ ਤਰ੍ਹਾਂ ਰਾਖ ਰੂਪ ਹੋ ਜਾਣੇ ਨੇ। ਕੋਈ ਪਦਾਰਥ ਵੀ ਨਾਮ ਤੋਂ ਬਿਨਾਂ ਸੱਚਾ ਨਹੀਂ ਹੈ। ਹਰਿ ਅੰਮ੍ਰਿਤ ਬੂੰਦ ਸੁਹਾਵਣੀ। ਜਿਹੜਾ ਹਰਿਆਂ ਕਰਨ ਵਾਲਾ ਹਰੀ ਪਰਮਾਤਮਾ ਵਾਹਿਗੁਰੂ ਤੇ ਉਹਦੀ ਅੰਮ੍ਰਿਤ ਮਿਰਤੂ ਤੋਂ ਰਹਿਤ ਕਰ ਦੇਣ ਵਾਲੀ ਨਾਮ ਰੂਪੀ ਜਿਹੜੀ ਬੂੰਦ ਹੈ, ਸੁਹਾਵਣੀ, ਇਹ ਸੋਭਨੀਕ ਹੈ। ਜਿਵੇਂ ਸਵਾਂਤੀ ਬੂੰਦ ਕਦੇ ਕਦੇ ਬੱਦਲਾਂ ਵਿੱਚੋਂ ਡਿੱਗਦੀ, ਜਦੋਂ ਪਪੀਹੇ ਦੇ ਮੂੰਹ ਵਿੱਚ ਪੈ ਜਾਂਦੀ ਉਹਨੂੰ ਸ਼ਾਂਤੀ ਵਰਤ ਜਾਂਦੀ। ਇਸੇ ਪ੍ਰਕਾਰ ਗੁਰੂ ਰੂਪ ਜਿਹੜੇ ਐਸੇ ਬੱਦਲਾਂ ਦੇ ਵਿੱਚੋਂ ਤੇ ਕਦੇ ਕਦੇ ਜਿਹੜੀ ਉਪਦੇਸ਼ ਦੀ ਕਣੀ ਆ ਕਰਕੇ ਪੈਂਦੀ ਹੈ, ਕਣੀਆਂ ਤੇ ਰੋਜ਼ ਹੀ ਪੈਂਦੀਆਂ ਨੇ, ਉਪਦੇਸ਼ ਰੋਜ਼ ਹੀ ਸੁਣਦੇ ਹਾਂ, ਪਰੰਤੂ ਕੋਈ ਬਿਰਲਾ ਪਪੀਹੇ ਦੀ ਨਿਆਈ ਅਧਿਕਾਰੀ ਹੁੰਦਾ। ਜਦੋਂ ਅਧਿਕਾਰੀ ਨੂੰ ਉਪਦੇਸ਼ ਆ ਕੇ ਮਿਲ ਜਾਵੇ ਤੇ ਉਹਦੀ ਕਾਇਆ ਕਲਪੀ ਜਾਂਦੀ ਹੈ, ਅੰਦਰ ਸ਼ਾਂਤੀ ਵਰਤ ਜਾਂਦੀ, ਤਪਤ ਮਾਹੇ ਠਾਂਡ ਵਰਤਾਈ, ਐਸੀ ਅਵਸਥਾ ਬਣ ਜਾਂਦੀ ਹੈ। ਹਰੀ ਪਰਮਾਤਮਾ ਦੀ ਜਿਹੜੀ ਅੰਮ੍ਰਿਤ ਮਿਰਤੂ ਤੋਂ ਰਹਿਤ ਕਰ ਦੇਣ ਵਾਲੀ ਨਾਮ ਰੂਪੀ ਬੂੰਦ ਹੈ, ਇਹ ਸੁਹਾਵਣੀ ਸੋਭਨੀਕ ਹੈ। ਮਿਲ ਸਾਧੂ ਪੀਵਣ ਹਾਰ। ਗੁਰਮੁਖ ਪਿਆਰੇ ਇਹਨੂੰ ਪੀਂਦੇ ਕਿਵੇਂ ਨੇ? ਪੀਵਣ ਹਾਰ ਦਾ ਅਰਥ ਹੈ ਅਧਿਕਾਰੀ ਬਣ ਕਰਕੇ। ਪੀਣ ਦੀ ਯੋਗਤਾ ਜਦੋਂ ਅੰਦਰ ਬਣ ਜਾਂਦੀ, ਅੰਮ੍ਰਿਤ ਸਾਰੇ ਲੈ ਲੈਂਦੇ, ਪਰੰਤੂ ਜਿਹੜਾ ਅਧਿਕਾਰੀ ਬਣ ਕੇ ਛਕਦਾ, ਉੱਥੇ ਕਲਾ ਵੀ ਵਰਤਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਇਸ ਲਈ ਸਾਧ ਸੰਗਤ ਜੀ, ਜਦੋਂ ਕੋਈ ਗੁਰੂ ਦਾ ਪਿਆਰਾ ਅੰਮ੍ਰਿਤ ਬੂੰਦ ਨੂੰ, ਸੁਹਾਵਣੀ ਸੋਭਨੀਕ ਨੂੰ ਪ੍ਰਾਪਤ ਕਰਦਾ, ਉਹ ਸਾਧੂਆਂ ਦੀ ਸੰਗਤ ਵਿੱਚ ਪੈ ਕੇ, ਜਿਨ੍ਹਾਂ ਨੇ ਜੀਵਨ ਗੁਰਬਾਣੀ ਅਨੁਸਾਰ ਬਣਾ ਲਏ ਨੇ, ਉਹਨਾਂ ਕੋਲ ਜਾ ਕਰਕੇ ਜਦੋਂ ਪੀਣਾ ਕਰਦਾ, ਫਿਰ ਆਨੰਦ ਬਣ ਜਾਂਦੇ ਹਨ। ਵਣ ਤਿਣ ਪ੍ਰਭ ਸੰਗ ਮੌਲਿਆ। ਗਿਆਨਵਾਨ ਦੀ ਦ੍ਰਿਸ਼ਟੀ, ਗੁਰਮੁਖ ਦੀ ਦ੍ਰਿਸ਼ਟੀ ਦੇ ਅੰਦਰ ਕਿਸ ਤਰ੍ਹਾਂ ਉਹ ਦੁਨੀਆ ਵਿੱਚ ਵੇਖਦਾ। ਵਣ ਨਾਮ ਹੈ ਜੰਗਲਾਂ ਦਾ, ਜੰਗਲ ਤੇ ਤਿਣ ਨਾਮ ਹੈ ਕੱਖਾਂ ਦਾ। ਪ੍ਰਭ ਸੰਗ ਮੌਲਿਆ ਕਹਿੰਦੇ ਇਹਨਾਂ ਸਾਰਿਆਂ ਜੰਗਲਾਂ ਤੇ ਕੱਖਾਂ ਦੇ ਨਾਲ ਮੇਰਾ ਪ੍ਰਭੂ ਪਰਮਾਤਮਾ ਵਾਹਿਗੁਰੂ ਮੌਲਿਆ ਮਿਲਿਆ ਹੋਇਆ ਹੈ। ਇਹ ਤਾਂ ਹਰੇ ਭਰੇ ਦਿਸਦੇ ਨੇ ਜੇ ਪਰਮਾਤਮਾ ਦੀ ਜੋਤ ਇਹਨਾਂ ਵਿੱਚ ਮਿਲੀ ਹੈ। ਇਸੇ ਤਰ੍ਹਾਂ ਬਾਣ ਤਿਣ ਪ੍ਰਭ ਸੰਗ ਮੌਲਿਆ, ਬਣ ਦੀ ਨਿਆਈ ਜਿਹੜਾ ਸਾਡਾ ਮਨੁੱਖਾ ਸਰੀਰ ਹੈ, ਤਿੰਨ ਕੱਖਾਂ ਦੀ ਨਿਆਈ ਸਾਡੇ ਗਿਆਨ ਤੇ ਕਰਮ ਇੰਦਰੇ ਹਨ। ਇਹ ਪ੍ਰਭੂ ਪਰਮਾਤਮਾ ਦੀ ਜੋਤ ਦੇ ਸੰਗ ਹੋਣ ਕਰਕੇ ਮੌਲਿਆ ਖਿੜੇ ਦਿਸਦੇ ਨੇ। ਤਾਂ ਸਰੀਰ ਸੋਹਣੇ ਲੱਗਦੇ ਜੰਗਲਾਂ ਦੀ ਨਿਆਈ ਤੇ ਕੱਖਾਂ ਦੀ ਨਿਆਈ ਇੰਦਰੇ ਤਾਂ ਸ਼ੋਭਾ ਪਾਉਂਦੇ ਨੇ ਜੇ ਪਰਮਾਤਮਾ ਦੀ ਜੋਤ ਮਿਲੀ ਹੋਈ ਹੈ। ਸਮਰੱਥ ਪੁਰਖ ਅਪਾਰ। ਉਹ ਸਰਬ ਕਲਾ ਸਮਰੱਥ ਹੈ, ਸਾਰੀਆਂ ਕਲਾ ਸ਼ਕਤੀਆਂ ਕਰਕੇ ਪੂਰਨ ਹੈ। ਪੁਰਖ ਵਿਆਪਕ ਸਰੂਪ ਪਰਮਾਤਮਾ, ਅਪਾਰ ਜਿਹੜਾ ਪਾਰਾਵਾਰ ਤੋਂ ਰਹਿਤ ਬੇਅੰਤ ਸਰੂਪ ਹੈ। ਹਰ ਮਿਲਣੈ ਨੋ ਮਨ ਲੋਚਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਰ ਕਿਸੇ ਜੀਵ ਦਾ ਹਰੀ ਪਰਮਾਤਮਾ ਨੂੰ ਮਿਲਣ ਵਾਸਤੇ ਮਨ ਤਾਂ ਬੜਾ ਲੋਚਦਾ, ਚਾਹੁੰਦਾ ਹੈ। ਕਰਮ ਮਿਲਾਵਣ ਹਾਰ। ਪਰੰਤੂ ਜਿਹੜੇ ਨਿਸ਼ਕਾਮ ਕਰਮ ਨੇ, ਭਾਉ ਭਗਤੀ ਸੇਵਾ ਸਿਮਰਨ ਵਾਲੇ, ਇਹ ਚੰਗੇ ਸ਼ੁਭ ਕਰਮ ਹੀ ਪਰਮਾਤਮਾ ਨੂੰ ਮਿਲਾਉਣ ਵਾਸਤੇ ਮਦਦ ਕਰਦੇ ਜੀਵ ਦੀ। ਜਿਨੀ ਸਖੀਏ ਪ੍ਰਭ ਪਾਇਆ। ਜਿਨ੍ਹਾਂ ਗੁਰਮੁਖ ਮਹਾਤਮਾ ਰੂਪ ਸਖੀਆਂ ਨੇ ਪ੍ਰਭੂ ਵਿਆਪਕ ਸਰੂਪ ਪਰਮਾਤਮਾ ਨੂੰ ਪਾਇਆ ਹੈ, ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ। ਤਿੰਨ ਕੈ ਸਦ ਬਲਿਹਾਰ। ਅਸੀਂ ਦਾਸ ਉਹਨਾਂ ਗੁਰਮੁਖ ਪਿਆਰੇ ਮਹਾਤਮਾ ਰੂਪ ਸਖੀਆਂ ਤੋਂ ਸਦਾ ਹੀ ਬਲਿਹਾਰ ਕੁਰਬਾਨ ਜਾਂਦੇ ਹਾਂ। ਜਾਂ ਸਦ ਦਾ ਅਰਥ ਸੈਂਕੜੇ ਵਾਰ, 100 ਵਾਰੀ ਉਹਨਾਂ ਤੋਂ ਕੁਰਬਾਨ ਜਾਣਾ ਕਰੀਏ। ਨਾਨਕ ਹਰ ਜੀ ਮਾਇਆ ਕਰ। ਹੇ ਹਰਿਆਂ ਕਰਨ ਵਾਲੇ ਹਰੀ ਅਕਾਲ ਪੁਰਖ ਵਾਹਿਗੁਰੂ, ਸਾਡੇ ਦਾਸਾਂ ਤੇ ਆਪਣੀ ਮਾਇਆ ਕਿਰਪਾ ਦ੍ਰਿਸ਼ਟੀ ਕਰੋ। ਸ਼ਬਦ ਸਵਾਰਨ ਹਾਰ। ਸਾਡੇ ਜੀਵਨ ਨੂੰ ਸਵਾਰਨ ਵਾਲਾ ਸ਼ਬਦ ਜਿਹੜਾ ਗੁਰੂ ਦਾ ਉਪਦੇਸ਼ ਹੈ, ਉਹ ਸਾਨੂੰ ਪ੍ਰਾਪਤ ਹੋ ਜਾਣਾ ਕਰੇ।
ਸਾਵਣ ਤਿਨਾ ਸੁਹਾਗਣੀ। ਸਾਵਣ ਦਾ ਮਹੀਨਾ ਮਨੁੱਖਾ ਸਰੀਰ ਉਹਨਾਂ ਗੁਰਮੁਖ ਐਸੀਆਂ ਮਹਾਤਮਾ ਰੂਪ ਜਿਹੜੀਆਂ ਸੁਹਾਗਵੰਤੀਆਂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਵਾਲੀਆਂ ਨੇ, ਉਹਨਾਂ ਨੂੰ ਆਨੰਦ ਵਾਲਾ ਬਣ ਜਾਂਦਾ ਹੈ। ਜਿਨ ਰਾਮ ਨਾਮ ਉਰਹਾਰ। ਜਿਨ੍ਹਾਂ ਨੇ ਆਪਣੇ ਉਰ ਹਿਰਦੇ ਵਿੱਚ ਹਰੀ ਪਰਮਾਤਮਾ ਦੇ ਨਾਮ ਦਾ ਹਾਰ ਪਰੋ ਲਿਆ। ਹਾਰ ਵਿੱਚ ਤਿੰਨ ਚੀਜ਼ਾਂ ਨੇ, ਸੂਈ, ਤਾਗਾ ਤੇ ਫੁੱਲ। ਜਿਨ੍ਹਾਂ ਕੋਲ ਸੁਰਤੀ ਰੂਪ ਸੂਈ ਹੈ, ਸਵਾਸਾਂ ਦੇ ਤਾਗੇ ਵਿੱਚ ਨਾਮ ਦੇ ਫੁੱਲ ਮਣਕਿਆਂ ਨੂੰ ਪਰੋ ਲਿਆ। ਆਪਣੇ ਉਰ ਹਿਰਦੇ ਵਿੱਚ ਜਿਨ੍ਹਾਂ ਨੇ ਐਸਾ ਨਾਮ ਧਾਰਨ ਕਰ ਲਿਆ, ਫਿਰ ਉਹਨਾਂ ਦਾ ਮਨੁੱਖਾ ਸਰੀਰ ਜਿਹੜਾ ਸਫਲਾ ਹੈ, ਉਹ ਸੁਹਾਗਵੰਤੀਆਂ ਨੇ, ਆਨੰਦ ਵਾਲੀਆਂ ਨੇ। ਸਾਰੇ ਆਨੰਦ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦੇ ਹਨ। ਇਹ ਪਰਮ ਪਵਿੱਤਰ ਉਪਦੇਸ਼ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਾਵਣ ਦੇ ਮਹੀਨੇ ਦੁਆਰਾ ਬਖਸ਼ਿਸ਼ ਕੀਤਾ ਹੈ। ਕਿਰਪਾ ਕਰਨ ਸਤਿਗੁਰੂ ਪਾਤਸ਼ਾਹ ਸਮੁੱਚਾ ਜਿਹੜਾ ਸਾਵਣ ਦਾ ਮਹੀਨਾ ਆਪਣੇ ਭਾਣੇ ਦੇ ਅੰਦਰ ਰੱਖ ਕਰਕੇ ਸਤਿਗੁਰੂ ਬਸਰ ਕਰਵਾ ਲੈਣ। ਇਸ ਮਹੀਨੇ ਦੀ ਸਤਿਗੁਰੂ ਆਪ ਹੀ ਸਾਡੇ ਕੋਲੋਂ ਸਫਲਤਾ ਵੀ ਕਰਵਾ ਲੈਣ। ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਇੱਥੇ ਵਿਸਰਾਮ ਦੇਈਏ ਜੀ। ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।